ਸਤਿ ਸ਼੍ਰੀ ਅਕਾਲ ਜੀ, ਮੈਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਤੇ ਅੱਜ ਦੇ ਸਮੇਂ ਦੀ ਅਗਰ ਗੱਲ ਕਰੀਏ ਤਾਂ ਸਟੂਡੈਂਟਸ ਜਿਹੜੇ ਕਿ ਕੈਨੇਡਾ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਦੇ ਮਨ ਵਿੱਚ ਕਈ ਸਾਰੇ ਸਵਾਲ ਨੇ ਕਿ ਰੀਸੈਂਟਲੀ ਅਸੀਂ ਦੇਖਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਕੰਟੀਨਿਊ ਜੋ ਹੈ ਰਿਫਿਊਜ਼ਲਸ ਆਏ ਨੇ। ਆਖਿਰ ਇਹਨਾਂ ਰਿਫਿਊਜ਼ਲਸ ਦਾ ਕਾਰਨ ਕੀ ਰਿਹਾ ਤੇ ਅੱਗੋਂ ਜਿਹੜੇ ਬੱਚੇ ਹੁਣ ਅਪਲਾਈ ਕਰਨਾ ਚਾਹੁੰਦੇ ਨੇ, ਕੀ ਉਹਨਾਂ ਨੂੰ ਇਹਨਾਂ ਰਿਫਿਊਜ਼ਲਸ ਤੋਂ ਘਬਰਾਉਣਾ ਚਾਹੀਦਾ ਹੈ, ਕੀ ਉਹਨਾਂ ਦੀ ਪ੍ਰੋਫਾਈਲ ਸੇਫ ਹੈ, ਕੀ ਉਹਨਾਂ ਦਾ ਵੀਜ਼ਾ ਜਲਦੀ ਲੱਗ ਸਕੇਗਾ। ਇਹਨਾਂ ਸਭ ਗੱਲਾਂ ਉੱਪਰ ਚਰਚਾ ਕਰਾਂਗੇ। ਨਾਲ ਦੀ ਨਾਲ ਇੱਕ ਹੋਰ ਅਸੀਂ ਟੌਪਿਕ ਤੇ ਵੀ ਗੱਲ ਕਰਾਂਗੇ ਕਿ ਅਗਰ ਜਿਹੜੇ ਸਟੂਡੈਂਟਸ ਵਿਦਆਊਟ ਆਇਲਸ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਫਿਰ ਆਪਣੇ ਸਪਾਊਸ ਦੇ ਨਾਲ ਹੀ ਜੋ ਹੈ ਇਕੱਠੇ ਫਲਾਈ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਲਈ ਸਹੀ ਡੈਸਟੀਨੇਸ਼ਨ ਕੀ ਰਹੇਗੀ। ਤੇ ਇਹ ਸਾਰੀ ਚਰਚਾ ਲਈ ਗੱਲਬਾਤ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ ਜੀ ਈਜ਼ੀਵੇ ਕੰਸਲਟੈਂਸੀ ਪ੍ਰਾਈਵੇਟ ਲਿਮਿਟਿਡ ਤੋਂ ਮਿਸਟਰ ਗੁਰਤੇਜ ਸੰਧੂ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ। ਤਾਂ ਸਾਰੇ ਦਰਸ਼ਕਾਂ ਨੂੰ ਇਹ ਦੱਸ ਦਈਏ, ਵੈਸੇ ਸਾਰੇ ਜਾਣਦੇ ਨੇ ਕਿ ਮਿਸਟਰ ਗੁਰਤੇਜ ਸੰਧੂ ਜੀ ਜੋ ਨੇ, ਇਹਨਾਂ ਦੀ ਕੰਪਨੀ 'ਚ ਕਈ ਸਾਲਾਂ ਤੋਂ ਸਟੂਡੈਂਟਸ ਨੂੰ ਸਹੀ ਸਲਾਹ ਦਿੰਦੇ ਆ ਰਹੇ ਨੇ ਔਰ ਕਈ ਸਟੂਡੈਂਟਸ ਨੇ ਇਹਨਾਂ ਦੀ ਗਾਈਡੈਂਸ ਦੇ ਨਾਲ ਆਪਣੇ ਫਿਊਚਰ ਨੂੰ ਸਿਕਿਉਰ ਕੀਤਾ ਹੈ। ਤੇ ਅੱਜ ਦੇ ਸਮੇਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਥੋੜਾ ਟਫ ਟਾਈਮ ਚੱਲ ਰਿਹਾ ਹੈ ਸਟੂਡੈਂਟਸ ਦੇ ਡਿਸੀਜਨ ਲੈਣ ਦੇ ਲਈ। ਪਹਿਲਾਂ ਤੇ ਜ਼ਰੂਰ ਮੈਂ ਜਾਣਨਾ ਚਾਹੂੰਗੀ ਕਿ ਢੇਰ ਸਾਰੇ ਰਿਫਿਊਜ਼ਲਸ ਹੁਣ ਪਿਛਲੇ ਕੁਝ ਸਮੇਂ ਵਿੱਚ ਕੈਨੇਡਾ ਤੋਂ ਆਏ, ਕੀ ਰੀਜ਼ਨ ਰਹੇ ਨੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਤਰ੍ਹਾਂ ਰਿਫਿਊਜ਼ਲਸ ਆ ਗਏ? ਦੇਖੋ ਜੀ, ਮੈਂ ਅਗਰ ਗੱਲ ਕਰਾਂ ਕੈਨੇਡਾ ਦੇ ਸਟੂਡੈਂਟ ਵੀਜ਼ਾ ਰਿਫਿਊਜ਼ਲ ਦੀ ਤਾਂ ਇਹ ਬਹੁਤ ਸ਼ੌਕ ਸੀ ਹਰ ਇੱਕ ਦੇ ਲਈ, ਬਿਕੋਜ਼ ਬਹੁਤ ਐਪਲੀਕੇਸ਼ਨ ਸਭ ਨੇ ਸਬਮਿਟ ਕੀਤੀਆਂ ਸੀ। ਈਵਨ ਕਿ ਸਾਡੀਆਂ ਵੀ ਕਾਫੀ ਐਪਲੀਕੇਸ਼ਨ ਸੀ ਜਿਹੜੀਆਂ ਕੁਝ ਰਿਫਿਊਜ਼ ਹੋਈਆਂ। ਔਰ ਉਹ ਬੱਚੇ ਇਹ ਨਹੀਂ ਸੀ ਕਿ ਉਹ ਬੱਚਿਆਂ ਦੇ ਨੰਬਰ ਘੱਟ ਸੀ ਜਾਂ ਉਹ ਬੱਚਿਆਂ ਦਾ ਆਇਲ ਸਕੋਰ ਘੱਟ ਸੀ, ਨਾ ਇੱਦਾਂ ਦੀ ਵੀ ਕੋਈ ਗੱਲ ਨਹੀਂ ਸੀ। ਬਟ ਫਿਰ ਵੀ ਜਿਹੜਾ ਹੈ ਉਹ ਵੀਜ਼ਾ ਰਿਫਿਊਜ਼ ਹੋਏ ਬਿਕੋਜ਼ ਉਹ ਜਿਹੜਾ 2-3 ਵੀਕ ਸੀ ਉਹਦੇ 'ਚ ਮੈਕਸੀਮਮ ਵੀਜ਼ਾ ਰਿਫਿਊਜ਼ ਕੀਤੇ ਗਏ ਕੈਨੇਡਾ ਤੋਂ। ਔਰ ਰੈਗੂਲਰ ਜਿਹੜੇ ਨੇ ਸਾਨੂੰ ਇਵਨ ਕਿ ਇਮੀਗ੍ਰੇਸ਼ਨ ਵੈਬਸਾਈਟ ਤੋਂ ਵੀ ਐਂਡ ਇਵਨ ਕੁਝ ਇਮੀਗ੍ਰੇਸ਼ਨ ਟਵੀਟਸ ਤੋਂ ਵੀ ਸਾਨੂੰ ਜਿਹੜਾ ਪਤਾ ਚੱਲ ਰਿਹਾ ਸੀ ਕਿ ਕਿੰਨੇ ਜ਼ਿਆਦਾ ਵੀਜ਼ਾ ਜਿਹੜੇ ਆ ਉਹ ਸਪੈਸ਼ਲੀ ਏਸ਼ੀਆ ਦੇ ਜਿਹੜੇ ਉਹ ਰਿਫਿਊਜ਼ ਕੀਤੇ ਜਾ ਰਹੇ ਨੇ। ਉਹਦੇ ਪਿੱਛੇ ਦੇਖੋ ਰੀਜ਼ਨ, ਜੇ ਮੈਂ ਗੱਲ ਕਰਾਂ ਆਪਣੀ ਸਪੈਸ਼ਲੀ ਇੰਡੀਆ ਦੀ ਕਿ ਇੰਡੀਆ ਜਾਂ ਪੰਜਾਬ ਜਾਂ ਹਰਿਆਣਾ ਤੋਂ ਸਪੈਸ਼ਲੀ ਕਿਉਂ ਜ਼ਿਆਦਾ ਰਿਫਿਊਜ਼ਲ ਸੀ, ਤਾਂ ਉਹਦੇ 'ਚ ਇਹ ਹੈਗਾ ਕਿ ਦੇਖੋ ਆਸਟ੍ਰੇਲੀਆ ਇਸ ਟਾਈਮ ਵੀਜ਼ਾ ਓਪਨ ਨਹੀਂ ਹੈ ਔਰ ਦੂਸਰੀ ਕੰਟਰੀਜ਼ ਵੀ ਤਕਰੀਬਨ ਕਲੋਜ਼ ਨੇ। ਇੱਕ ਯੂਕੇ ਨੂੰ ਛੱਡ ਦਿਓ ਤੇ ਬਾਕੀ ਸਭ ਜਗ੍ਹਾ ਜਿਹੜਾ ਹੈ ਫਾਈਲ ਜ਼ਿਆਦਾ ਨਹੀਂ ਜਾ ਰਹੀਆਂ। ਤਾਂ ਜਿਹੜਾ ਸਟੂਡੈਂਟਸ ਮੈਕਸੀਮਮ ਸਟੂਡੈਂਟ ਨੇ ਅਪਲਾਈ ਕੀਤਾ ਹੋਇਆ ਸੀ ਕਿ ਉਹ ਜਿਹੜਾ ਹੈ ਕੈਨੇਡਾ ਹੀ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਨੇ ਕੈਨੇਡਾ ਹੀ ਅਪਲਾਈ ਕੀਤਾ। ਔਰ ਕੈਨੇਡਾ ਵਿੱਚ ਵੀ ਪਿੱਛੇ ਇਹ ਹੋਇਆ ਕਿ ਉਹਨਾਂ ਨੇ ਲੋਕਡਾਊਨ ਕਰ ਦਿੱਤਾ ਐਂਡ ਉਸ ਤੋਂ ਬਾਅਦ ਰੈਗੂਲਰ ਜਿਹੜੀਆਂ ਫਲਾਈਟ ਨੇ ਕਲੋਜ਼ ਨੇ। ਔਰ ਐਮਬੈਸੀ ਨੂੰ ਇਹ ਵੀ ਪਤਾ ਹੈ ਕਿ ਅਗਰ ਇਹ ਫਲਾਈਟ ਕਲੋਜ਼ ਰਹਿਣਗੀਆਂ ਜਾਂ ਉੱਥੇ ਜਿਹੜਾ ਆਪਣਾ ਲੋਕਡਾਊਨ ਲੱਗਿਆ ਹੋਇਆ ਹੈ, ਬੱਚੇ ਜਿਹੜਾ ਪ੍ਰੋਪਰ ਕਾਲਜ ਅਟੈਂਡ ਨਹੀਂ ਕਰ ਪਾਉਣਗੇ ਤਾਂ ਉਹਨਾਂ ਨੂੰ ਉਹ ਇਸ ਇਨਟੇਕ ਤੋਂ ਫਿਲਹਾਲ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ। ਉਹ ਨਹੀਂ ਚਾਹੁੰਦੇ ਕਿ ਇੰਨਾ ਜ਼ਿਆਦਾ ਤਾਦਾਦ ਵਿੱਚ ਬੱਚਾ ਜਿਹੜਾ ਉਹ ਸੈਪਟੰਬਰ 'ਚ ਉੱਥੇ ਪਹੁੰਚੇ ਤੇ ਉਹਨਾਂ ਨੂੰ ਜਿਹੜਾ ਕੋਵਿਡ ਦਾ ਰਿਸਕ ਜਿਹੜਾ ਉਹ ਹਾਈ ਹੋ ਜੇ। ਔਰ ਸੈਕੰਡਲੀ ਇਹਦੇ 'ਚ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਦੇਖੋ ਉਹਨਾਂ ਦੀ ਇੱਕ ਲਿਮਿਟ ਹੁੰਦੀ ਹੈ ਕਿ ਸੈਪਟੰਬਰ ਦੇ ਵਿੱਚ ਉਹਨਾਂ ਨੇ ਇੰਨਾ ਵੀਜ਼ਾ ਇਸ਼ੂ ਕਰਨਾ ਹੈ ਔਰ ਉਸ ਤੋਂ 3 ਗੁਣਾ ਜ਼ਿਆਦਾ ਐਪਲੀਕੇਸ਼ਨਸ ਨੇ। ਇਟ ਮੀਨਸ ਕਿ ਅਗਰ 100 ਦੇ ਵਿੱਚੋਂ ਉਹਨਾਂ ਨੇ 30 ਬੱਚਿਆਂ ਨੂੰ ਹੀ ਵੀਜ਼ਾ ਦੇਣਾ ਸੀ ਤਾਂ ਐਪਲੀਕੇਸ਼ਨ ਉਹਨਾਂ ਕੋਲ 100 ਤੋਂ ਵੀ ਉੱਪਰ ਨੇ। ਤਾਂ ਇਟ ਮੀਨਸ ਕਿ ਉਹ ਮੈਕਸੀਮਮ 70% ਵੀਜ਼ਾ ਜਿਹੜਾ ਉਹ ਰਿਫਿਊਜ਼ਲ ਹੋਏ ਉਸ ਟਾਈਮ। ਤਾਂ ਇਹ ਸਭ ਗੱਲਾਂ ਨੂੰ ਧਿਆਨ ਰੱਖਦੇ ਹੋਏ ਉਹਨਾਂ ਨੇ ਇੱਕਦਮ ਇਹ ਰਿਫਿਊਜ਼ਲ ਦੇਣੀਆਂ ਸ਼ੁਰੂ ਕੀਤੀਆਂ ਬਿਕੋਜ਼ ਕੁਝ ਜਿਹੜੇ ਇੱਥੇ VFS ਸੀ ਉਹ ਵੀ ਕਲੋਜ਼ ਸੀ, ਐਮਬੈਸੀ ਵੀ ਕਲੋਜ਼ ਸੀ ਤੇ ਉਹਨਾਂ ਕੋਲ ਟਾਈਮ ਵੀ ਬਹੁਤ ਘੱਟ ਸੀ ਕਿ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਉਹ ਕਰ ਪਾਉਣ। ਬਟ ਦੇਖੋ ਹਰ ਇੱਕ ਹਨੇਰੇ ਤੋਂ ਬਾਅਦ ਜਿਵੇਂ ਸਵੇਰਾ ਹੁੰਦਾ, ਇਸ ਤਰ੍ਹਾਂ ਹੀ ਜਿਹੜੇ ਹੈ ਕਿ ਉਸ ਤੋਂ ਬਾਅਦ ਆਫਟਰ 2-3 ਵੀਕਸ ਤੋਂ ਬਾਅਦ ਜਿਹੜਾ ਰੈਗੂਲਰ ਵੀਜ਼ਾ ਆਉਣੇ ਸ਼ੁਰੂ ਹੋ ਗਏ ਨੇ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਕਾਫੀ ਸਟੂਡੈਂਟਸ ਨੂੰ ਧੱਕਾ ਲੱਗਿਆ, ਕਾਫੀ ਸਟੂਡੈਂਟ ਦੇ ਅੱਛੇ ਬੈਂਡ ਤੋਂ ਬਾਅਦ ਵੀ ਰਿਫਿਊਜ਼ਲ ਆਏ। ਹਾਂਜੀ, ਤੇ ਉਹ ਸਟੂਡੈਂਟਸ ਨੂੰ ਦੇਖੋ ਘਬਰਾਉਣ ਦੀ ਲੋੜ ਨਹੀਂ ਹੈ। ਇਹ ਨਹੀਂ ਹੈ ਕਿ ਉਹ ਸਟੂਡੈਂਟ ਕਹਿਣਗੇ ਕਿ ਨਹੀਂ ਜੀ ਸਾਡਾ ਹੁਣ ਵੀਜ਼ਾ ਲੱਗਣਾ ਨਹੀਂ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਤੁਸੀਂ ਦੁਬਾਰਾ ਜਿਹੜੇ ਵੀ ਕੰਸਲਟੈਂਟ ਤੋਂ ਅਗਰ ਤੁਸੀਂ ਅੱਛੇ ਤਰੀਕੇ ਨਾਲ ਫਾਈਲ ਅਪਲਾਈ ਕੀਤੀ ਹੈ ਔਰ ਤੁਹਾਡਾ ਕੰਸਲਟੈਂਟ ਅੱਛਾ ਹੈ ਤਾਂ ਤੁਸੀਂ ਦੁਬਾਰਾ ਉਹਦੇ ਥਰੂ ਹੀ ਅਪਲਾਈ ਕਰ ਸਕਦੇ ਹੋ। ਅਦਰਵਾਈਜ਼ ਅਗਰ ਤੁਹਾਨੂੰ ਕੋਈ ਸਾਡੀ ਸਲਾਹ ਦੀ ਲੋੜ ਆ ਤਾਂ ਤੁਸੀਂ ਸਾਡੇ ਨਾਲ ਵੀ ਗੱਲ ਕਰ ਸਕਦੇ ਹੋ। ਯਾਨੀ ਕਿ ਹੁਣ ਜੋ ਹੈ ਸਟੂਡੈਂਟਸ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹੁਣ ਜੋ ਵੀ ਰਿਫਿਊਜ਼ਲਸ ਵਾਲਾ ਜੋ ਦੌਰ ਥੋੜਾ ਘਟਿਆ, ਜ਼ਰੂਰ ਜਿਹੜੇ ਸਟੂਡੈਂਟਸ ਹੁਣ ਆਪਣਾ ਅਪਲਾਈ ਕਰ ਰਹੇ ਨੇ ਉਹਨਾਂ ਦੇ ਵੀਜ਼ਾਜ਼ ਲੱਗ ਰਹੇ ਨੇ। ਤੇ ਇੱਥੇ ਬਹੁਤ ਜ਼ਰੂਰੀ ਹੈ ਵੀ ਜਾਣਨਾ ਕਿ ਜਿਹੜੇ ਹੁਣ ਨਵੇਂ ਸਟੂਡੈਂਟਸ ਅਪਲਾਈ ਕਰਨਾ ਚਾਹ ਰਹੇ ਨੇ, ਜਿਨ੍ਹਾਂ ਨੇ ਪਹਿਲਾਂ ਕਦੇ ਫਾਈਲ ਨਹੀਂ ਲਗਾਈ, ਉਹਨਾਂ ਨੂੰ ਕਿਹੜੇ ਇਨਟੇਕ ਦੇ ਲਈ ਹੁਣ ਤਿਆਰ ਰਹਿਣਾ ਚਾਹੀਦਾ ਤਾਂ ਕਿ ਵੀ ਉਹ ਪੂਰਾ ਉਹਨਾਂ ਦਾ ਪ੍ਰੋਸੈਸ ਦਾ ਟਾਈਮ ਵੀ ਉਹਨਾਂ ਨੂੰ ਮਿਲੇ, ਡਾਕੂਮੈਂਟੇਸ਼ਨ ਲਈ ਵੀ ਸਹੀ ਤਰੀਕੇ ਨਾਲ ਕਰ ਸਕਣ। ਹਾਂ, ਦੇਖੋ ਜਿਹੜੇ ਵੀ ਰਿਫਿਊਜ਼ਲ ਆਏ ਨੇ ਹੁਣ ਮੈਕਸੀਮਮ ਰਿਫਿਊਜ਼ਲ ਜਿਹੜੇ ਹੈਗੇ ਨੇ ਉਹ ਉਹਨਾਂ ਬੱਚਿਆਂ ਦੇ ਸੀ ਜਿਨ੍ਹਾਂ ਦੇ 1 ਚੋਂ 5.5 ਨੇ। ਤਾਂ ਇਟ ਮੀਨਸ ਕਿ ਸਾਨੂੰ ਇਹ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਪਏਗਾ ਅੱਗੇ ਕਿਉਂਕਿ ਬਿਲਕੁਲ ਜਿਹੜਾ ਹੁਣ ਟ੍ਰੈਂਡ ਹੈਗਾ
ਕਿਉਂਕਿ ਮੈਕਸਿਮਮ ਸਟੂਡੈਂਟ ਹਜੇ ਵੀ ਕੈਨੇਡਾ ਅਪਲਾਈ ਕਰਨਾ ਚਾਹੁੰਦਾ ਤੇ ਕੈਨੇਡਾ ਐਮਬੈਸੀ 'ਚ ਬਹੁਤ ਰਸ਼ ਹੈ। ਤੇ ਇਸ ਕਰਕੇ ਮੈਂ ਸਟੂਡੈਂਟਸ ਨੂੰ ਦੇਖੋ ਇਹੀ ਗਾਈਡ ਕਰਾਂਗੇ, ਅਗਰ ਤੁਸੀਂ ਬੇਸ਼ੱਕ ਅਗਲੀ ਇਨਟੇਕ ਲਈ ਵੀ ਅਪਲਾਈ ਕਰਨਾ, ਤੁਹਾਡੇ ਨੰਬਰ ਅੱਛੇ ਹੋਣੇ ਚਾਹੀਦੇ ਨੇ, ਕਿਉਂਕਿ ਐਸਡੀਐਸ ਸਟੂਡੈਂਟਸ ਨੂੰ ਹੀ ਵੀਜ਼ਾ ਮਿਲ ਰਿਹਾ ਹੈ। ਤੁਸੀਂ ਅੱਜ ਦੀ ਡੇਟ ਵਿੱਚ ਵੀ ਦੇਖ ਲਓ, ਜਿਹੜੇ ਮੈਕਸਿਮਮ ਸਟੂਡੈਂਟਸ ਨੇ ਉਹ ਐਸਡੀਐਸ ਹੀ ਨੇ, ਔਰ ਉਹਨਾਂ ਦੇ 90% ਵੀਜ਼ਾ ਜਿਹੜਾ ਵੰਡ ਰਹੇ ਨੇ ਉਹ ਸਿਰਫ ਐਸਡੀਐਸ ਸਟੂਡੈਂਟ ਨੂੰ ਵੰਡ ਰਹੇ ਨੇ। ਹੁਣ ਐਸਡੀਐਸ ਦਾ ਮਤਲਬ ਕੀ ਹੈਗਾ ਕਿ ਐਸਡੀਐਸ ਦੇ ਵਿੱਚ 6 ਈਚ ਬੈਂਡ ਚਾਹੀਦੇ ਨੇ ਔਰ 50% ਈਚ ਸਬਜੈਕਟ ਵਿੱਚ ਚਾਹੀਦੇ ਨੇ। ਬਿਲਕੁਲ। ਹਾਂ, ਔਰ 1 ਸਾਲ ਦੀ ਫੀਸ ਪੇ ਹੋਣੀ ਚਾਹੀਦੀ ਆ। ਇਹ ਸਟੂਡੈਂਟ ਜਿਹੜੇ ਹੈਗੇ ਨੇ, ਅਗਰ ਉਹ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ, ਉਹ ਬੇਝਿਜਕ ਅਪਲਾਈ ਕਰ ਸਕਦੇ ਨੇ, ਔਰ ਉਹਨਾਂ ਦੇ ਵੀਜ਼ਾ ਦੇ ਜਿਹੜੇ ਬਹੁਤ ਅੱਛੀ ਰੇਸ਼ੋ ਹੈ। ਅਗਰ ਦੇਖੋ ਬੈਡ ਲੱਕ ਹੋਇਆ, ਕਿਤੇ ਰਿਫਿਊਜ਼ਲ ਵੀ ਹੋ ਗਈ, ਤਾਂ ਉਹਦੇ 'ਚ ਵੀ ਘਬਰਾਉਣ ਦੀ ਲੋੜ ਨਹੀਂ, ਤੁਸੀਂ ਦੁਬਾਰਾ ਵੀਜ਼ਾ ਅਪਲਾਈ ਕਰਕੇ ਜਿਹੜਾ ਉਹ ਵੀਜ਼ਾ ਲੈ ਸਕਦੇ ਹੋ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਮੇਰੇ ਪਿੱਛੇ ਜਿਹੜੇ ਵੀਜ਼ਾ ਰਿਫਿਊਜ਼ ਹੋਏ ਨੇ, ਉਸ ਤੋਂ ਬਾਅਦ ਅਸੀਂ ਇੱਕ ਬੱਚੇ ਦਾ ਵੀਜ਼ਾ ਦੁਬਾਰਾ ਅਪਲਾਈ ਕੀਤਾ, ਉਹਦਾ 2 ਟਾਈਮ ਰਿਫਿਊਜ਼ ਸੀ, ਔਰ ਰੀਸੈਂਟਲੀ 2-3 ਡੇਜ਼ ਪਹਿਲਾਂ ਹੀ ਉਹਦਾ ਵੀਜ਼ਾ ਆਇਆ ਹੈ, ਪਾਸਪੋਰਟ ਰਿਕੁਐਸਟ ਆ ਗਈ, ਇਟ ਮੀਨਸ ਕਿ ਉਹਦਾ ਵੀਜ਼ਾ ਹੋ ਗਿਆ। ਇੱਕ ਮੇਰੇ ਕੋਲ ਹੋਰ ਬੱਚਾ ਸੀ ਜਿਹੜਾ ਇੱਕ ਟਾਈਮ ਰਿਫਿਊਜ਼ ਸੀ, ਉਸ ਦਾ ਵੀ ਵੀਜ਼ਾ ਆਇਆ, ਔਰ ਇੱਕ ਮੇਰੇ ਬੱਚੇ ਦਾ ਪ੍ਰਾਈਵੇਟ ਕਾਲਜ 'ਚ ਵੀ ਵੀਜ਼ਾ ਆਇਆ, ਔਰ ਪ੍ਰਾਈਵੇਟ ਕਾਲਜ ਦੇ ਵਿੱਚ ਕੀ ਸੀ ਕਿ ਉਹਦੇ 6 ਈ ਸੀ, ਪਰ ਉਹਨੂੰ ਉਹਨਾਂ ਵੀਜ਼ਾ ਦਿੱਤਾ। ਤਾਂ ਇਸ ਕਰਕੇ ਜਿਹੜੇ ਵੀ ਸਟੂਡੈਂਟਸ ਹੈਗੇ ਨੇ, ਅਗਰ ਉਹਨਾਂ ਦਾ ਪ੍ਰੋਫਾਈਲ ਅੱਛਾ ਹੈ ਤਾਂ ਉਹ ਬੇਸ਼ੱਕ ਇੱਕ ਵਾਰੀ ਰਿਫਿਊਜ਼ ਵੀ ਹੋ ਗਏ ਨੇ ਤਾਂ ਕੋਈ ਦਿੱਕਤ ਨਹੀਂ, ਉਹ ਦੁਬਾਰਾ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਨੇ। ਉਹਨਾਂ ਦਾ ਵੀਜ਼ਾ ਜਿਹੜਾ ਸ਼ੋਰ ਸ਼ਾਰਟ ਆਏਗਾ, ਕੋਈ ਦਿੱਕਤ ਨਹੀਂ ਹੈ, ਇੱਕ ਨਹੀਂ ਤੇ ਦੂਸਰੀ ਵਾਰੀ ਆ ਜਾਏਗਾ। ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਐਕਸਪਲੇਨ ਕਰ ਰਹੇ ਹੋ। ਮੇਰੇ ਜਿਹੜੇ 2-3 ਵੀਜ਼ਾ ਰਿਫਿਊਜ਼ਲ ਆਏ ਨੇ, ਉਹਦੇ 'ਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹਨਾਂ ਦੇ ਵਿੱਚ ਐਸਓਪੀ ਦੇ ਵਿੱਚ ਅਸੀਂ ਕੀ ਲਿਖਿਆ, ਅਸੀਂ ਉਹਨਾਂ ਦੀ ਰਿਫਿਊਜ਼ਲ ਤੋਂ ਕੀ ਸਿੱਖਿਆ ਕਿ ਉਹ ਰਿਫਿਊਜ਼ਲ ਜਿਹੜੀ ਹੈ ਕਿਸ ਰੀਜ਼ਨ ਕਰਕੇ ਹੈ, ਜਾਂ ਵੀਜ਼ਾ ਆਫਿਸਰ ਨੂੰ ਕੀ ਚਾਹੀਦਾ ਹੈ, ਉਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। ਔਰ ਉਹ ਸਮਝਣ ਤੋਂ ਬਾਅਦ ਜਿਹੜਾ ਹੈ ਅਸੀਂ ਜਦੋਂ ਉਹਨੂੰ ਐਸਓਪੀ ਦੇ ਵਿੱਚ ਐਕਸਪਲੇਨ ਕਰਦੇ ਹਾਂ ਵੀਜ਼ਾ ਆਫਿਸਰ ਨੂੰ ਕਿ ਨਹੀਂ ਜੀ ਇਹ ਚੀਜ਼ ਨਹੀਂ ਹੈ, ਬਿਕੋਜ਼ ਸਾਡੇ ਕੋਲ ਇਹ ਪ੍ਰੂਫ ਹੈਗੇ ਨੇ ਕਿ ਇਹ ਚੀਜ਼ ਨਹੀਂ ਹੈ, ਇਸ ਤੋਂ ਇਲਾਵਾ ਅਸੀਂ ਤੁਹਾਨੂੰ ਇਹ ਪ੍ਰੂਫ ਦੇ ਸਕਦੇ ਹਾਂ ਕਿ ਇਹ ਬੱਚੇ ਦਾ ਵੀਜ਼ਾ ਹੋਣਾ ਚਾਹੀਦਾ ਹੈ। ਬੇਸਿਕਲੀ ਜਿਹੜੇ ਹੈ 2 ਹੀ ਮੈਕਸਿਮਮ ਰੀਜ਼ਨ ਆਉਂਦੇ ਨੇ ਰਿਫਿਊਜ਼ਲ ਦੇ। ਇੱਕ ਤਾਂ ਰੀਜ਼ਨ ਹੁੰਦਾ ਹੈ ਕਿ ਤੁਸੀਂ ਕੈਨੇਡਾ ਛੱਡ ਕੇ ਵਾਪਸ ਨਹੀਂ ਆਓਗੇ, ਬਿਲਕੁਲ, ਔਰ ਦੂਸਰਾ ਜਿਹੜਾ ਰੀਜ਼ਨ ਆਉਂਦਾ ਹੈ ਉਹ ਇਹ ਹੁੰਦਾ ਹੈ ਕਿ ਤੁਹਾਡੀ ਜਿਹੜੀ ਪੜ੍ਹਾਈ ਹੈ ਉਹ ਅਗਲੇ ਕੋਰਸ ਨਾਲ ਰਿਲੇਵੈਂਟ ਨਹੀਂ ਹੈਗੇ। ਇਹ ਬਹੁਤ ਰਿਫਿਊਜ਼ਲ ਹੈ। ਬਿਲਕੁਲ, ਮੈਕਸਿਮਮ ਦੇਖੋ ਜਿਹੜੇ ਇਹਦੇ ਰੀਜ਼ਨ ਹੈਗੇ ਨੇ, ਕੁਝ ਰੀਜ਼ਨ ਜਿਹੜੇ ਹੈ ਕਿ ਤੁਸੀਂ ਵਾਪਸ ਨਹੀਂ ਆਓਗੇ, ਉਸ ਦਾ ਰੀਜ਼ਨ ਇਹ ਹੁੰਦਾ ਹੈ ਕਿ ਤੁਹਾਡੀ ਜਿਹੜੀ ਫੈਮਿਲੀ ਦੀ ਇਨਕਮ ਹੈ, ਜਾਂ ਤੁਹਾਡੀ ਜਿਹੜੀ ਫੈਮਿਲੀ ਦਾ ਬੈਕਗਰਾਉਂਡ ਹੈ, ਉਹ ਤੁਸੀਂ ਆਪਣੀ ਐਸਓਪੀ ਜਾਂ ਆਪਣੀ ਫਾਈਲ ਦੇ ਵਿੱਚ ਦੱਸਿਆ ਹੀ ਨਹੀਂ। ਇਟ ਮੀਨਸ ਕਿ ਦੇਖੋ ਐਸਡੀਐਸ ਦੇ ਵਿੱਚ ਵੀ ਇੱਦਾਂ ਹੁੰਦਾ ਹੈ ਕਿ ਐਸਡੀਐਸ ਦੇ ਵਿੱਚ ਅਸੀਂ ਕੋਈ ਡਾਕੂਮੈਂਟੇਸ਼ਨ ਨਹੀਂ ਲਗਾਉਂਦੇ, ਬਟ ਫਿਰ ਵੀ ਜਿਹੜਾ ਹੈ ਬਹੁਤ ਏਜੰਟ ਉਹਨੂੰ ਐਕਸਪਲੇਨ ਹੀ ਨਹੀਂ ਕਰਦੇ, ਜਿਸ ਵਜ੍ਹਾ ਕਰਕੇ ਇਹ ਰਿਫਿਊਜ਼ਲ ਆਉਂਦੀ ਹੈ, ਔਰ ਰਿਫਿਊਜ਼ਲ ਤੋਂ ਬਾਅਦ ਦੁਬਾਰਾ ਫਿਰ ਫਾਈਲ ਲਗਾਉਣੀ ਪੈਂਦੀ ਹੈ। ਇਸ ਤੋਂ ਬਾਅਦ ਜਿਹੜਾ ਰੈਲੇਵੈਂਟ ਨਹੀਂ ਹੈ ਕੋਰਸ, ਉਹਦੇ 'ਚ ਸਭ ਤੋਂ ਜ਼ਿਆਦਾ ਬੱਚੇ ਜਿਹੜੇ ਫਸਦੇ ਨੇ ਉਹ ਆਰਟਸ ਵਾਲੇ ਬੱਚੇ ਫਸਦੇ ਨੇ। ਬਿਲਕੁਲ, ਜਿਹੜੇ ਬੱਚੇ ਆਰਟਸ ਬੈਕਗਰਾਉਂਡ ਤੋਂ ਹੈਗੇ ਨੇ, ਅਗਰ ਉਹ ਵੀਜ਼ਾ ਅਪਲਾਈ ਕਰਦੇ ਨੇ, ਉਹਨਾਂ 'ਤੇ ਮੈਕਸੀਮਮ ਇਹ ਲਿਖ ਕੇ ਆਉਂਦਾ ਹੈ, ਕਿਉਂਕਿ ਮੈਕਸੀਮਮ ਸਟੂਡੈਂਟਸ ਨੂੰ ਜਿਹੜਾ ਉਹ ਗਾਈਡ ਕਰਦੇ ਆ, ਸਾਰੇ ਏਜੰਟ ਗਾਈਡ ਕਰਦੇ ਆ ਕਿ ਤੁਸੀਂ ਹੌਸਪਿਟੈਲਿਟੀ ਲੈ ਲਓ। ਹੌਸਪਿਟੈਲਿਟੀ ਮੈਨੇਜਮੈਂਟ ਜਿਹੜਾ ਕੋਰਸ ਹੈਗਾ ਹੈ, ਉਹ ਤੁਸੀਂ ਇਸ ਤਰ੍ਹਾਂ ਨਹੀਂ ਲੈ ਸਕਦੇ ਜਿੰਨਾ ਚਿਰ ਤੁਹਾਡੇ ਕੋਲ ਜਾਂ ਤਾਂ ਉਹਦਾ ਕੋਈ ਐਕਸਪੀਰੀਅੰਸ ਨਹੀਂ ਹੈ, ਜਾਂ ਫਿਰ ਤੁਹਾਡੀ ਸਟੱਡੀ ਵਿੱਚ ਤੁਸੀਂ ਹੋਮ ਸਾਇੰਸ ਨਹੀਂ ਰੱਖੀ ਹੋਈ, ਠੀਕ ਹੈ, ਜਾਂ ਫਿਰ ਤੁਸੀਂ ਐਦਾਂ ਦਾ ਕੋਈ ਰੀਜ਼ਨ ਐਕਸਪਲੇਨ ਕਰ ਸਕਦੇ ਹੋ ਕਿ ਤੁਹਾਡਾ ਜਾਂ ਤਾਂ ਆਪਣਾ ਕੋਈ ਕਾਰੋਬਾਰ ਹੈਗਾ ਉਹਦੇ ਨਾਲ ਰਿਲੇਟਡ। ਅਦਰਵਾਈਜ਼ ਕੀ ਹੈ, ਮੈਕਸਿਮਮ ਵੀਜ਼ਾ ਰਿਫਿਊਜ਼ਲ ਦਾ ਰੀਜ਼ਨ ਜਿਹੜਾ ਹੈ ਉਹ ਇਹਨਾਂ ਦੇ ਵਿੱਚ ਹੁੰਦਾ ਹੈ, ਕਿਉਂਕਿ ਆਰਟਸ ਦੇ ਬੱਚੇ ਜਿਨ੍ਹਾਂ ਨੇ ਸੋਸ਼ੀਓਲੋਜੀ ਪੜ੍ਹੀ ਹੋਈ ਹੈ, ਪੋਲੀਟੀਕਲ ਸਾਇੰਸ ਪੜ੍ਹੀ ਹੋਈ ਹੈ, ਹਿਸਟਰੀ ਪੜ੍ਹੀ ਹੋਈ ਹੈ, ਉਹਨਾਂ ਦੇ ਕੋਲ ਹੋਰ ਵੀ ਕਾਫੀ ਆਪਸ਼ਨਸ ਨੇ। ਸਾਡੇ ਕੋਲ ਕਾਫੀ ਆਪਸ਼ਨਸ ਨੇ ਜਿਹੜੇ ਅਸੀਂ ਇਹਨਾਂ ਬੱਚਿਆਂ ਨੂੰ ਦੇ ਸਕਦੇ ਹਾਂ, ਸਿਰਫ ਹੌਸਪਿਟੈਲਿਟੀ ਹੀ ਆਪਸ਼ਨ ਨਹੀਂ ਹੈ। ਇਸ ਤੋਂ ਇਲਾਵਾ ਵੀ ਦੇਖੋ ਕਾਫੀ ਕੋਰਸਿਸ ਹੈਗੇ ਨੇ ਜਿਹੜੇ ਤੁਸੀਂ ਲੈ ਸਕਦੇ ਹੋ, ਸੋਸ਼ਲ ਕੇਅਰ ਦਾ ਹੈਗਾ, ਹੋਰ ਵੀ ਕਾਫੀ ਕੋਰਸਿਸ ਨੇ, ਅਸੀਂ ਡਿਸਕਸ ਕਰ ਸਕਦੇ ਹਾਂ। ਅਗਰ ਕੋਈ ਬੱਚਾ ਸਾਡੇ ਕੋਲ ਆਉਂਦਾ ਹੈ ਜਿੰਨਾ ਪਹਿਲਾਂ ਰਿਫਿਊਜ਼ ਹੈਗਾ ਹੈ, ਉਹਨੇ ਹੌਸਪਿਟੈਲਿਟੀ ਅਪਲਾਈ ਕੀਤਾ ਸੀ ਬਟ ਰਿਫਿਊਜ਼ ਹੋ ਗਿਆ, ਤਾਂ ਉਹ ਸਾਡੇ ਨਾਲ ਆ ਕੇ ਡਿਸਕਸ ਕਰ ਸਕਦਾ ਹੈ। ਔਰ ਬਹੁਤ ਅੱਛੇ ਕੋਰਸਿਸ ਨੇ, ਕ੍ਰਿਮੀਨੋਲੋਜੀ ਦਾ ਕੋਰਸ ਹੈਗਾ ਜਿਹੜਾ ਬੱਚਾ ਲੈ ਸਕਦਾ, ਪੋਲੀਟੀਕਲ ਸਾਇੰਸ ਵਾਲਾ, ਔਰ ਉਹਦਾ ਉੱਥੇ ਫਿਊਚਰ ਵੀ ਬਹੁਤ ਅੱਛਾ ਹੈ। ਤਾਂ ਇਸ ਕਰਕੇ ਅਗਰ ਤੁਸੀਂ ਕੈਨੇਡਾ ਵੀਜ਼ਾ ਅਪਲਾਈ ਕਰਨਾ ਹੈ, ਆਪਣੇ ਸਬਜੈਕਟ ਜਿਹੜੇ ਨੇ ਉਹਦੇ ਨਾਲ ਰੈਲੇਵੈਂਟ ਕੋਰਸ ਲੈਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਉਸ ਕੋਰਸ ਦੀ ਸਮਝ ਹੋਣੀ ਚਾਹੀਦੀ ਹੈ, ਉਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ। ਜੀ ਬਿਲਕੁਲ। ਸੋ ਬਿਲਕੁਲ ਸਹੀ ਗੱਲ ਹੈ, ਕਿਉਂਕਿ ਅਸੀਂ ਜ਼ਿਆਦਾਤਰ ਦੇਖਦੇ ਹਾਂ ਸਟੂਡੈਂਟ ਜਿਹੜੇ ਡਿਸੀਜਨ ਲੈਂਦੇ ਨੇ ਉਹ ਭੇਡ ਚਾਲ ਦੇ ਵਿੱਚ ਹੀ ਲੈ ਲੈਂਦੇ ਨੇ ਕਿ ਫਲਾਣੇ ਨੇ ਵੀ ਇਹ ਕੋਰਸ ਲਿਆ ਸੀ, ਉਹਦਾ ਵੀਜ਼ਾ ਲੱਗ ਗਿਆ ਸੀ, ਸੋ ਮੈਂ ਵੀ ਇਹੀ ਕੋਰਸ ਲੈ ਲੈਣਾ ਤਾਂ ਮੇਰਾ ਵੀ ਵੀਜ਼ਾ ਲੱਗ ਜਾਏਗਾ। ਸੋ ਹਰੇਕ ਦੀ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ, ਉਸ ਦੇ ਅਕੋਰਡਿੰਗਲੀ ਹੀ ਤੁਹਾਨੂੰ ਜੋ ਹੈ ਸਟੈਪ ਲੈਣਾ ਚਾਹੀਦਾ ਹੈ ਕਿ ਤੁਸੀਂ ਅੱਗੋਂ ਕੀ ਕਰਨਾ ਹੈ। ਤੇ ਜ਼ਰੂਰ ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ, ਤੁਸੀਂ ਆਪਣੀ ਪ੍ਰੋਫਾਈਲ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਤਾਂ ਜ਼ਰੂਰ ਸਕਰੀਨ ਤੇ ਜੋ ਨੰਬਰ ਦਿੱਤਾ ਹੋਇਆ ਹੈ, ਡਿਸਪਲੇ ਹੋ ਰਿਹਾ ਨੰਬਰ, ਤੁਸੀਂ ਇਸ ਉੱਪਰ ਕਾਲ ਕਰ ਸਕਦੇ ਹੋ ਤੇ ਆਪਣੇ ਹਰ ਇੱਕ ਸਵਾਲ ਦਾ ਜਵਾਬ ਵੀ
ਵੀ ਲੈ ਸਕਦੇ ਹੋ। ਤੇ ਇਸ ਦੇ ਇਲਾਵਾ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਈਜ਼ੀਵੇ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਦੇ ਆਫਿਸ ਵਿੱਚ, ਤਾਂ ਤੁਸੀਂ ਸੈਕਟਰ 17 ਚੰਡੀਗੜ੍ਹ ਵਿੱਚ ਇਹਨਾਂ ਦਾ ਆਫਿਸ ਹੈ, ਉੱਥੇ ਵੀ ਵਿਜ਼ਿਟ ਕਰ ਸਕਦੇ ਹੋ। ਬਠਿੰਡਾ ਅਤੇ ਕੁਰੂਕਸ਼ੇਤਰ ਵਿੱਚ ਵੀ ਇਹਨਾਂ ਦੇ ਆਫਿਸਿਸ ਨੇ, ਉੱਥੇ ਵੀ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਕਰੋ, ਜਲਦੀ ਤੋਂ ਜਲਦੀ ਕਰੋ, ਕਿਉਂਕਿ ਨੈਕਸਟ ਇਨਟੇਕਸ ਲਈ, ਤਾਂ ਕਿ ਤੁਸੀਂ ਸਹੀ ਤਰੀਕੇ ਨਾਲ ਜੋ ਹੈ ਆਪਣੀ ਤਿਆਰੀ ਕਰ ਸਕੋ, ਡਾਕੂਮੈਂਟੇਸ਼ਨ ਕੰਪਲੀਟ ਕਰ ਸਕੋ। ਇੱਥੇ ਇੱਕ ਹੋਰ ਚੀਜ਼ ਜਾਣਨਾ ਚਾਹੂੰਗੀ ਕਿ ਜਿੱਥੇ ਗੱਲ ਆ ਜਾਂਦੀ ਪੈਕੇजेस ਦੀ ਕਿ ਪੇ ਆਫਟਰ ਵੀਜ਼ਾ ਫੀਸ ਦੀ ਗੱਲ ਹੁੰਦੀ, ਤਾਂ ਉੱਥੇ ਪ੍ਰਾਈਵੇਟ ਕਾਲਜਿਸ ਸੁਜੈਸਟ ਕੀਤੇ ਜਾਂਦੇ ਸਟੂਡੈਂਟਸ ਨੂੰ, ਹੈ ਨਾ। ਤਾਂ ਇੱਥੇ ਮੈਂ ਜਾਣਨਾ ਚਾਹੂੰਗੀ ਕਿ ਗਵਰਨਮੈਂਟ ਕਾਲਜਿਸ ਵਿੱਚ ਵੀ ਇਹ ਪੇ ਆਫਟਰ ਵੀਜ਼ਾ ਜੋ ਹੈ ਸਟੂਡੈਂਟਸ ਐਵੇਂ ਪੈਕੇਜ ਲੈ ਸਕਦੇ ਨੇ? ਬਿਲਕੁਲ ਜੀ, ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਮੈਕਸੀਮਮ ਸਟੂਡੈਂਟਸ ਜਿਹੜੇ ਹੈਗੇ ਨੇ ਉਹ ਜਦੋਂ ਪੈਕੇਜ ਦੇ ਵਿੱਚ ਅਪਲਾਈ ਕਰਦੇ ਨੇ ਤਾਂ ਏਜੰਟ ਨੂੰ ਉਹਦਾ ਇੱਕ ਬੈਨੀਫਿਟ ਇਹ ਹੁੰਦਾ ਹੈ ਕਿ ਉਹ ਪ੍ਰਾਈਵੇਟ ਕਾਲਜ ਦੇ ਦਿੰਦਾ ਉਹਨਾਂ ਨੂੰ। ਭਾਵੇਂ ਦੇਖੋ ਕਈਆਂ ਦੀ ਤਾਂ ਮਜਬੂਰੀ ਹੁੰਦੀ ਹੈ ਕਿ ਉਹਨਾਂ ਨੇ ਪ੍ਰਾਈਵੇਟ ਕਾਲਜ ਹੀ ਲੈਣਾ ਪੈਣਾ ਬਿਕੋਜ਼ ਉਹਨਾਂ ਦੇ ਗਵਰਨਮੈਂਟ ਦੇ ਲਈ ਐਲੀਜੀਬਲ ਨਹੀਂ ਹੈ। ਬਟ ਮੈਂ ਕਈ ਇੱਦਾਂ ਦੇ ਕੇਸਿਸ ਦੇਖੇ ਨੇ ਜਿਹੜੇ ਬਹੁਤ ਅੱਛੇ ਬੈਂਡ ਵਾਲੇ ਨੇ, ਅੱਛਾ ਸਕੋਰ ਉਹਨਾਂ ਦਾ, ਫਿਰ ਵੀ ਉਹਨਾਂ ਨੂੰ ਪ੍ਰਾਈਵੇਟ ਕਾਲਜ ਦੇ ਦਿੱਤਾ ਜਾਂਦਾ ਹੈ ਔਰ ਉੱਥੇ ਜਾ ਕੇ ਫਿਰ ਉਹ ਕਾਲਜ ਚੇਂਜ ਕਰਦੇ ਨੇ, ਆਪਣਾ ਪੈਸਾ ਖਰਾਬ ਕਰਦੇ ਨੇ। ਔਰ ਉਹਦੇ 'ਚ ਕੀ ਹੈ ਕਿ ਦੇਖੋ ਏਜੰਟ ਦੀ ਫੀਸ ਵੀ ਮੇਬੀ ਬਾਅਦ ਵਿੱਚ ਜਾਂਦੀ ਹੈ ਕਾਫੀ ਕਾਲਜ ਦੀ, ਤਾਂ ਉਹ ਇਸ ਦੇ ਲਾਲਚ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਪ੍ਰਾਈਵੇਟ ਕਾਲਜ ਦੇ ਦਿੰਦਾ। ਤਾਂ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਅਗਰ ਤੁਸੀਂ ਪ੍ਰਾਈਵੇਟ ਕਾਲਜ ਵੀ ਲੈਣਾ ਹੈ ਤਾਂ ਪ੍ਰਾਈਵੇਟ ਕਾਲਜ ਨੂੰ ਇਸੇ ਸਮਝਣ ਦੀ ਲੋੜ ਹੈ ਕਿ ਤੁਸੀਂ ਅਗਰ ਅੱਛੇ ਬੈਂਡ ਆ ਤੁਹਾਡੇ, ਅੱਛਾ ਸਕੋਰ ਹੈ, ਤਾਂ ਕਿਉਂ ਨਾ ਗਵਰਨਮੈਂਟ ਕਾਲਜ ਲਿਆ ਜਾਵੇ। ਗਵਰਨਮੈਂਟ ਕਾਲਜ ਲੈ ਕੇ ਕੀ ਹੈ ਕਿ ਤੁਹਾਡਾ ਇੱਕ ਤਾਂ ਵਰਕ ਪਰਮਿਟ 100% ਹੋਏਗਾ, ਦੂਜਾ ਇਹ ਹੈਗਾ ਕਿ ਤੁਹਾਨੂੰ ਜਲਦੀ ਕਿਤੇ ਦਿੱਕਤ ਨਹੀਂ ਆਉਣ ਵਾਲੀ। ਅਗਰ ਰਿਫਿਊਜ਼ਲ ਦੀ ਮੈਂ ਗੱਲ ਕਰਾਂ ਤਾਂ ਮੈਕਸੀਮਮ ਰਿਫਿਊਜ਼ਲ ਜਿਹੜੀ ਸੀ ਉਹ ਇਸ ਵਾਰੀ ਪ੍ਰਾਈਵੇਟ ਕਾਲਜ ਦੀ ਬਹੁਤ ਜ਼ਿਆਦਾ ਸੀ, ਕਿਉਂਕਿ ਦੇਖੋ ਕਿਤੇ ਨਾ ਕਿਤੇ ਸਭ ਨੂੰ ਪਤਾ ਹੈ ਕਿ ਉਹਦੇ 'ਚ ਫੀਸ ਜ਼ਿਆਦਾ ਜਾ ਨਹੀਂ ਰਹੀ ਜਾਂ ਬਾਅਦ ਵਿੱਚ ਜਾ ਰਹੀ ਹੈ। ਤਾਂ ਇਸ ਕਰਕੇ ਤੁਸੀਂ ਅਗਰ ਪ੍ਰਾਈਵੇਟ ਕਾਲਜ ਚੂਜ਼ ਕਰ ਰਹੇ ਹੋ ਤਾਂ ਆਪਣੀ ਪ੍ਰੋਫਾਈਲ ਨੂੰ ਦੇਖ ਕੇ ਕਰੋ, ਜਾਂ ਫਿਰ ਗਵਰਨਮੈਂਟ ਕਾਲਜ ਹੀ ਚੂਜ਼ ਕਰੋ। ਔਰ ਗਵਰਨਮੈਂਟ ਕਾਲਜ ਚੂਜ਼ ਕਰ ਸਕਦੇ ਹੋ ਸਾਡੇ ਕੋਲ, ਅਗਰ ਤੁਸੀਂ ਪੈਕੇਜ ਵੀ ਲੈਣਾ ਹੈ ਔਰ ਗਵਰਨਮੈਂਟ ਕਾਲਜ ਦਾ ਲੈਣਾ ਹੈ ਤਾਂ ਗਵਰਨਮੈਂਟ ਕਾਲਜ ਦੇ ਵਿੱਚ ਜਿਹੜਾ ਹੈ ਅਸੀਂ ਤੁਹਾਡਾ ਵੀਜ਼ਾ ਅਪਲਾਈ ਕਰਾਂਗੇ, ਕੋਈ ਦਿੱਕਤ ਨਹੀਂ ਹੈ। 3 ईयर वर्क परमिट है, 2 ईयर स्टडी है, और अगर मास्टर ਲਈ ਬੱਚਾ ਹੈ ਤਾਂ 1 ईयर ਤੋਂ 1 ईयर प्लस 1 ईयर वर्क परमिट है। ਤਾਂ ਇਸ ਕਰਕੇ ਕੋਈ ਵੀ ਤਰੀਕੇ ਦਾ ਅਗਰ ਤੁਸੀਂ ਬੱਚਾ ਹੈ, ਕਿਸੇ ਵੀ ਤਰੀਕੇ ਦਾ ਸਬਜੈਕਟ ਨੇ ਉਹਦੇ ਕੋਲ, ਅਸੀਂ ਤੁਹਾਨੂੰ ਬੈਟਰ ਆਪਸ਼ਨ ਦੇ ਸਕਦੇ ਹਾਂ, ਬੈਟਰ ਗਵਰਨਮੈਂਟ ਕਾਲਜ ਦੇ ਵਿੱਚ ਆਪਸ਼ਨ ਦੇ ਸਕਦੇ ਹਾਂ ਜਿੱਥੇ ਤੁਸੀਂ ਪੇ ਆਫਟਰ ਵੀਜ਼ਾ ਕਰ ਸਕਦੇ ਹੋ। ਦੂਸਰੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਹੈ ਕਿ ਦੇਖੋ ਹੁਣ ਜਨਵਰੀ ਇਨਟੇਕ ਹੈ, ਔਰ ਜਨਵਰੀ ਇਨਟੇਕ ਦੇ ਵਿੱਚ ਬਹੁਤ ਜ਼ਿਆਦਾ ਐਪਲੀਕੇਸ਼ਨ ਜਾ ਰਹੀਆਂ ਨੇ ਜੀ, ਬਿਲਕੁਲ। ਇਸ ਕਰਕੇ ਜਿਹੜੇ ਸਟੂਡੈਂਟ ਨੇ ਅਪਲਾਈ ਕਰਨਾ ਉਹਨੂੰ ਥੋੜਾ ਜਲਦੀ ਕਰਨਾ ਪਏਗਾ, ਬਿਕੋਜ਼ ਬਹੁਤ ਸਾਰੇ ਕੋਰਸ ਜਿਹੜੇ ਨੇ ਉਹ ਕਲੋਜ਼ ਵੀ ਹੋ ਚੁੱਕੇ ਨੇ ਜਨਵਰੀ ਦੇ। ਹਜੇ ਦੇਖੋ 4-5 ਮਹੀਨੇ ਪਏ ਨੇ ਬਟ ਪਹਿਲਾਂ ਹੀ ਕਲੋਜ਼ ਹੋ ਗਏ ਨੇ। ਤੇ ਅਗਰ ਤੁਸੀਂ ਅਪਲਾਈ ਕਰਨਾ ਹੈ, ਕਈ ਬੱਚੇ ਤਾਂ ਦੇਖੋ ਡੈਫਰ ਹੋਣਗੇ, ਸੈਪਟੈਂਬਰ ਵਾਲੇ ਵੀ ਅੱਗੇ ਜਨਵਰੀ ਜਾਣਗੇ ਬਿਕੋਜ਼ ਉਹਨਾਂ ਦੇ ਕਈਆਂ ਦੇ ਫਿੰਗਰਸ ਨਹੀਂ ਹੋਏ ਹਜੇ ਤੱਕ, ਕਈਆਂ ਦਾ ਮਤਲਬ ਬਹੁਤ ਦਿੱਕਤ ਹੋਈ ਰੱਖੀ ਹੈ। ਇੱਕ ਸਭ ਤੋਂ ਵੱਡੀ ਗੱਲ ਅੱਜ ਕੱਲ੍ਹ ਫਿੰਗਰਸ ਦੀ ਬਹੁਤ ਦਿੱਕਤ ਆ ਰਹੀ ਹੈ ਬਿਕੋਜ਼ ਜਿਹੜੇ ਸਲੋਟਸ ਨੇ ਉਹ ਮਿਲ ਹੀ ਨਹੀਂ ਰਹੇ, ਔਰ ਸਲੋਟਸ ਨਾ ਮਿਲਣ ਕਰਕੇ ਉਹ ਅੱਗੇ ਤੋਂ ਅੱਗੇ ਜਿਹੜਾ ਹੈ ਉਹ ਐਕਸਟੈਂਡ ਕਰਨਾ ਪੈ ਰਿਹਾ। ਹਾਂਜੀ, ਤਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਬੜੀਆਂ ਇੰਪੋਰਟੈਂਟ ਨੇ। ਤੇ ਇਹ ਜਿਹੜੇ ਅਗਰ ਤੁਹਾਡੇ ਕੋਲ ਟਾਈਮ ਘੱਟ ਹੈ, ਦੇਖੋ ਅਗਰ SDS ਦੇ ਵਿੱਚ ਵੀ ਫਾਈਲ ਤੁਹਾਡੀ ਲੱਗ ਰਹੀ ਹੈ ਤਾਂ ਮਿਨੀਮਮ 60 ਡੇਜ਼ ਪਹਿਲਾਂ ਜਾਂ 45 ਡੇਜ਼, ਮਿਨੀਮਮ 45 ਡੇਜ਼ ਦੀ ਗੱਲ ਕਰਦਾ। ਅਗਰ ਨੌਨ SDS ਤਾਂ 60 ਡੇਜ਼ ਪਹਿਲਾਂ ਤੁਹਾਡੀ ਫਾਈਲ ਸਬਮਿਟ ਹੋਣੀ ਜ਼ਰੂਰੀ ਹੈ। ਅਗਰ ਹੁਣ ਟਾਈਮ ਹੀ ਨਹੀਂ ਹੈ ਤਾਂ ਇਟ ਮੀਨਸ ਤੁਸੀਂ ਡੈਫਰ ਹੋਵੋਗੇ ਔਰ ਤੁਸੀਂ ਜਨਵਰੀ ਲਈ ਜਾਓਗੇ, ਬਹੁਤ ਬੱਚੇ ਡੈਫਰ ਹੋਣ ਵਾਲੇ ਨੇ। ਤਾਂ ਇਸ ਕਰਕੇ ਸੀਟਸ ਬਹੁਤ ਘੱਟ ਰਹਿਣਗੀਆਂ, ਤੁਹਾਨੂੰ ਜਲਦੀ ਕਰਨ ਦੀ ਲੋੜ ਹੈ ਔਰ ਜਿੰਨਾ ਜਲਦੀ ਅਪਲਾਈ ਕਰ ਸਕਦੇ ਹੋ ਅਪਲਾਈ ਕਰੋ। ਆਪਣੀ ਸੀਟ ਜਿਹੜੇ ਵੀ ਤੁਹਾਡਾ ਮਨਪਸੰਦ ਕਾਲਜ ਆ ਉੱਥੇ ਰਿਜ਼ਰਵ ਕਰੋ, ਕਿਉਂਕਿ ਸਾਡੇ ਕੋਲ 100+ ਕਾਲਜਸ ਨੇ ਕੈਨੇਡਾ ਦੇ ਵਿੱਚ। ਤੁਸੀਂ ਕਿਸੇ ਵੀ ਲੋਕੇਸ਼ਨ ਕੋਈ ਵੀ ਕਾਲਜ ਜਿਹੜਾ ਹੈ ਉਹ ਤੁਸੀਂ ਲੈ ਸਕਦੇ ਹੋ। ਅੱਛਾ, ਇੱਕ ਇੱਥੇ ਮੈਂ ਅਨਾਊਂਸਮੈਂਟ ਕਰਨੀ ਚਾਹਾਂਗਾ ਕਿ ਬਹੁਤ ਵਧੀਆ ਚੀਜ਼ ਅਸੀਂ ਲੈ ਕੇ ਆਏ ਹਾਂ ਕਿ ਅਗਰ ਜਿਹੜਾ ਸਟੂਡੈਂਟ ਹੈ ਸਾਡੇ ਕੋਲ ਡਾਇਰੈਕਟ ਅਪਲਾਈ ਕਰਦਾ ਹੈ, ਸਾਡੇ ਕੋਲ ਕਿਸੇ ਵੀ ਗਵਰਨਮੈਂਟ ਕਾਲਜ 'ਚ ਅਪਲਾਈ ਕਰਦਾ ਹੈ, ਤਾਂ ਅਸੀਂ ਉਹਦੇ ਤੋਂ ਕੋਈ ਐਪਲੀਕੇਸ਼ਨ ਫੀਸ ਨਹੀਂ ਲਵਾਂਗੇ। ਬੇਸ਼ੱਕ ਕਾਲਜ ਦੀ $100 ਹੈ, $50 ਹੈ, $150 ਹੈ, ਕੋਈ ਵੀ ਐਪਲੀਕੇਸ਼ਨ ਫੀਸ ਹੋਵੇ, ਉਹ ਈਜ਼ੀਵੇ ਤੁਹਾਡੇ ਤੋਂ ਚਾਰਜ ਨਹੀਂ ਕਰ ਰਿਹਾ। ਸ਼ਰਤ ਹੁੰਦੀ ਸਿਰਫ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਹੈ ਵਿਡਰਾਅ ਨਾ ਕਰੋ ਕੇਸ। ਅਗਰ ਤੁਸੀਂ ਕੇਸ ਵਿਡਰਾਅ ਨਹੀਂ ਕਰਦੇ ਹੋ ਤਾਂ ਤੁਹਾਡੇ ਤੋਂ ਕੋਈ ਵੀ ਐਪਲੀਕੇਸ਼ਨ ਫੀਸ ਚਾਰਜੇਬਲ ਨਹੀਂ ਹੋਏਗੀ। ਆਫਟਰ ਵੀਜ਼ਾ ਜਿਹੜਾ ਹੈ ਤੁਸੀਂ ਪੇਮੈਂਟ ਵੀ ਕਰ ਸਕਦੇ ਹੋ। ਤੁਸੀਂ ਬੇਸ਼ੱਕ ਨਾਰਮਲ 'ਚ ਜਾਣਾ ਤਾਂ ਵੀ ਤੁਹਾਨੂੰ ਐਪਲੀਕੇਸ਼ਨ ਫੀਸ ਦੀ ਲੋੜ ਨਹੀਂ ਹੈ। ਅਸੀਂ ਈਜ਼ੀਵੇ ਜਿਹੜਾ ਹੈ ਉਹ ਆਪਣੀ ਜੇਬ ਤੋਂ ਤੁਹਾਡੀ ਜਿਹੜੀ ਫੀਸ ਭਰੇਗਾ, ਤੁਹਾਡੀ ਐਪਲੀਕੇਸ਼ਨ ਫੀਸ ਅਸੀਂ ਆਪਣੀ ਜੇਬ ਤੋਂ ਭਰਾਂਗੇ। ਉਸ ਤੋਂ ਬਾਅਦ ਤੁਸੀਂ ਨਾਰਮਲ ਕਰਨਾ ਚਾਹੁੰਦੇ ਹੋ, ਆਪਣੀ ਫੀਸ ਖੁਦ ਪੇ ਕਰਨਾ ਚਾਹੁੰਦੇ ਹੋ, ਖੁਦ ਕਰ ਸਕਦੇ ਹੋ।
ਔਰ ਇਹਦੇ 'ਚ ਜਿਹੜਾ ਹੈ ਤੁਹਾਡਾ ਕੋਈ ਰਿਸਕ ਵਾਲੀ ਗੱਲ ਨਹੀਂ ਹੈ। ਤਾਂ ਇਸ ਕਰਕੇ ਇਹ ਆਪਸ਼ਨ ਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ, ਤੁਸੀਂ ਅਪਲਾਈ ਕਰ ਸਕਦੇ ਹੋ ਸਾਡੇ ਤੋਂ, ਤਾਂ ਕਿ ਤੁਹਾਨੂੰ ਬੈਟਰ ਆਪਸ਼ਨ ਮਿਲ ਸਕੇ। ਜੀ ਬਿਲਕੁਲ, ਇੱਥੇ ਇੱਕ ਛੋਟਾ ਜਿਹਾ ਪੁਆਇੰਟ ਕੈਨੇਡਾ ਦਾ ਹੋਰ ਕਲੀਅਰ ਕਰਨਾ ਚਾਹਾਂਗੀ। ਜਿਵੇਂ ਤੁਸੀਂ ਕਿਹਾ ਕਿ ਸਟੂਡੈਂਟਸ ਕੁਝ ਵਿਦਡਰਾ ਕਰ ਲੈਂਦੇ ਨੇ ਆਪਣੀ ਕੇਸ ਨੂੰ, ਇਹ ਕੀ ਮੈਂਟੈਲਿਟੀ ਹੁਣ ਕਿਉਂ ਐਵੇਂ ਦੀ ਚੱਲ ਰਹੀ ਹੈ? ਚਾਹੇ ਪੇਰੈਂਟਸ ਇਹ ਡਿਸੀਜਨ ਲੈ ਰਹੇ, ਚਾਹੇ ਸਟੂਡੈਂਟਸ, ਕੀ ਰੀਜ਼ਨ ਚੱਲਦਾ ਹੈ? ਤੇ ਔਰ ਇਸ ਇੱਕ ਕੱਟਣਾ ਚਾਹੂੰਗੀ ਗੱਲ, ਇਹਦਾ ਇਹ ਵੀ ਜਾਣਨਾ ਚਾਹੂੰਗੀ ਕਿ ਇਸਦਾ ਅੱਗੋਂ ਲੌਂਗ ਟਰਮ ਸਟੂਡੈਂਟਸ ਨੂੰ ਕੀ ਨੁਕਸਾਨ ਹੈ? ਦੇਖੋ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਅਗਰ ਤੁਸੀਂ ਇੱਕ ਜਗ੍ਹਾ ਅਪਲਾਈ ਕੀਤਾ ਔਰ ਕਈ ਵਾਰੀ ਦੇਖੋ ਸਟੂਡੈਂਟ ਦੇ ਦਿਮਾਗ 'ਚ ਹੁੰਦਾ ਕਿ ਇੱਕ ਨਹੀਂ ਮੈਂ 2-3 ਜਗ੍ਹਾ ਅਪਲਾਈ ਕਰ ਲੈਣਾ। ਉਹਨੇ ਇੱਕ ਏਜੰਟ ਤੋਂ ਵੀ ਅਪਲਾਈ ਕਰ ਲਿਆ ਔਰ ਦੂਸਰੇ ਤੋਂ ਵੀ ਕਰ ਲਿਆ, ਤੀਸਰੇ ਤੋਂ ਵੀ ਕਰ ਲਿਆ। ਤਾਂ ਦੇਖੋ ਮੈਂ ਤਾਂ ਇਹ ਕਹਾਂਗਾ ਕਿ ਅੱਜ ਦੀ ਡੇਟ ਵਿੱਚ ਇੱਕ ਜਗ੍ਹਾ ਹੀ ਤੁਹਾਨੂੰ ਸੀਟ ਮਿਲ ਜੇ ਉਹੀ ਬਹੁਤ ਵੱਡੀ ਗੱਲ ਹੈ, ਔਰ ਅਲੱਗ-ਅਲੱਗ ਜਗ੍ਹਾ ਤੇ ਐਪਲੀਕੇਸ਼ਨ ਫੀਸ ਭਰ ਕੇ ਖਰਾਬ ਕਰਨ ਦਾ ਕੋਈ ਬੈਨੀਫਿਟ ਨਹੀਂ ਹੈ। ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਹਾਨੂੰ ਇੱਕ ਹੀ ਜਗ੍ਹਾ ਤੇ ਹੀ ਰਹਿਣਾ ਚਾਹੀਦਾ ਤਾਂ ਕਿ ਤੁਹਾਡਾ ਜਲਦੀ ਕੰਮ ਹੋ ਪਾਏ। ਅਗਰ ਤੁਸੀਂ 2-3 ਜਗ੍ਹਾ ਤੇ ਜਿਵੇਂ ਉਹ ਕਹਿੰਦੇ ਨੇ ਕਿ ਜ਼ਿਆਦਾ ਜਗ੍ਹਾ ਤੇ ਅਸੀਂ ਉਹ ਕਹਿੰਦੇ ਨੇ ਕਿ ਪੈਰ ਰੱਖੀਏ ਤੇ ਬੇੜੀ ਡੁੱਬ ਜਾਂਦੀ ਹੈ, ਇਸ ਕਰਕੇ ਉਹ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਇੱਕ ਹੀ ਚੀਜ਼ ਤੇ ਕਨਸੈਂਟਰੇਟ ਕਰੋ ਕਿ ਤੁਸੀਂ ਕਿਹੜੀ ਲੋਕੇਸ਼ਨ ਤੇ ਜਾਣਾ ਹੈ, ਕਿਹੜੇ ਕਾਲਜ ਜਾਣਾ ਹੈ, ਜਾਂ ਫਿਰ ਅਗਰ ਤੁਹਾਡਾ ਏਜੰਟ ਤੁਹਾਨੂੰ ਅੱਛਾ ਗਾਈਡ ਕਰ ਸਕਦਾ ਹੈ ਤਾਂ ਉਹ ਤੁਹਾਨੂੰ ਦੱਸ ਸਕਦਾ ਕਿ ਤੁਹਾਨੂੰ ਇਸ ਜਗ੍ਹਾ ਤੇ ਜਾਣ ਦਾ ਬੈਨੀਫਿਟ ਕੀ ਹੈਗਾ। ਤੁਹਾਨੂੰ ਪੀਆਰ ਜਲਦੀ ਮਿਲ ਸਕਦੀ ਹੈ, ਤੁਹਾਨੂੰ ਅੱਗੇ ਕੋਈ ਦਿੱਕਤ ਨਹੀਂ ਆਏਗੀ, ਜਾਂ ਤੁਹਾਨੂੰ ਜਿਹੜਾ ਇੰਨੇ ਘੰਟੇ ਬਾਅਦ ਵਰਕ ਪਰਮਿਟ ਮਿਲ ਜਾਏਗਾ। ਤਾਂ ਅਲੱਗ-ਅਲੱਗ ਸਟੇਟ ਦੀ ਅਲੱਗ-ਅਲੱਗ ਬੈਨੀਫਿਟਸ ਹੈਗੇ ਨੇ। ਕੁਝ ਕਾਲਜ ਉਹਨਾਂ ਬੈਨੀਫਿਟਸ ਨੂੰ ਦੇਖ ਕੇ ਜਿਹੜੇ ਉਹ ਪ੍ਰਮੋਟ ਕਰਦੇ ਨੇ, ਔਰ ਸਟੂਡੈਂਟਸ ਵੀ ਉਹਨਾਂ ਬੈਨੀਫਿਟਸ ਨੂੰ ਦੇਖ ਕੇ ਅਲੱਗ-ਅਲੱਗ ਜਗ੍ਹਾ ਚੂਜ਼ ਕਰਨੀ ਚਾਹੀਦੀ ਹੈ। ਕਿਉਂਕਿ ਸਾਡੇ ਇੱਥੇ ਬਹੁਤ ਟ੍ਰੈਂਡ ਹੈ ਜੀ, ਮੈਕਸਿਮਮ ਸਟੂਡੈਂਟ ਕਹਿੰਦੇ ਨੇ ਕਿ ਨਹੀਂ ਜੀ ਅਸੀਂ ਟੋਰਾਂਟੋ ਜਾਣਾ ਹੈ, ਜੀ ਅਸੀਂ ਬਰੈਂਪਟਨ ਜਾਣਾ ਹੈ, ਜੀ ਅਸੀਂ ਸਾਡਾ ਉੱਥੇ ਮਾਸੀ ਰਹਿੰਦੀ ਹੈ, ਮੇਰੀ ਭੂਆ ਰਹਿੰਦੀ ਆ। ਪਰ ਇਹ ਦੇਖੋ ਇਹ ਬੜਾ ਖਿਆਲ ਕਰਨ ਵਾਲੀ ਗੱਲ ਹੈ ਕਿ ਹੁਣ ਟੋਰਾਂਟੋ ਦੇ ਵਿੱਚ ਜਿਹੜਾ ਹੈ ਉਸ ਲੈਵਲ ਤੇ ਤੁਸੀਂ ਇੰਨੀ ਜਲਦੀ ਪੀਆਰ ਨਹੀਂ ਲੈ ਸਕਦੇ ਜਿਹੜੀ ਤੁਸੀਂ ਦੂਸਰੀ ਜਗ੍ਹਾ BC 'ਚ ਲੈ ਸਕਦੇ ਹੋ, ਜਾਂ ਕਿਊਬਿਕ ਲੈ ਸਕਦੇ ਹੋ, ਜਾਂ ਸਸਕੈਚੁਅਨ ਲੈ ਸਕਦੇ ਹੋ। ਬਹੁਤ ਸਾਰੀਆਂ ਆਪਸ਼ਨਸ ਨੇ ਜਿੱਥੇ ਤੁਸੀਂ ਪੀਆਰ ਤੁਹਾਨੂੰ ਜਲਦੀ ਹੋ ਜਾਏਗੀ। ਪਰ ਫਿਰ ਵੀ ਅਸੀਂ ਜਿਹੜੀ ਜਿੱਦ ਕਰ ਲੈਂਦੇ ਔਰ ਬਾਅਦ ਵਿੱਚ ਅਸੀਂ ਉਹੀ ਕਾਲਜ ਚੇਂਜ ਕਰਦੇ ਹਾਂ, ਜਾਂ ਫਿਰ ਪੜ੍ਹਾਈ ਕਰਨ ਤੋਂ ਬਾਅਦ ਸਾਨੂੰ ਉਸ ਸਟੇਟ ਟ੍ਰਾਂਸਫਰ ਲੈਣੀ ਪੈਂਦੀ ਆ। ਮੈਂ ਬਹੁਤ ਸਟੂਡੈਂਟ ਨਾਲ ਗੱਲ ਹੁੰਦੀ ਹੈ ਜਿਹੜੇ ਬੱਚੇ ਇੱਥੋਂ ਸਾਡੇ ਕੋਲ ਜਾਂਦੇ ਨੇ, ਉਹ ਫਿਰ ਟੋਰਾਂਟੋ ਤੋਂ ਜਾਂ ਕਿਸੇ ਵੀ ontario ਦੀ ਕਿਸੇ ਵੀ ਜਗ੍ਹਾ ਤੋਂ ਦੂਸਰੀ ਜਗ੍ਹਾ ਸ਼ਿਫਟ ਹੋ ਰਹੇ ਹੁੰਦੇ ਨੇ ਕਿ ਨਹੀਂ ਜੀ ਹੁਣ ਸਾਨੂੰ 2 ਸਾਲ ਉੱਥੇ ਜਾਣਾ ਪੈਣਾ ਹੈ ਕਿਉਂਕਿ ਸਾਡੀ ਪੀਆਰ ਨਹੀਂ ਹੋ ਰਹੀ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਹੀ ਆਪਣਾ ਪੈਸਾ ਜਾਂ ਆਪਣਾ ਟਾਈਮ ਖਰਾਬ ਨਾ ਕਰੋ। ਜੀ ਬਿਲਕੁਲ। ਸੋ ਤੁਸੀਂ ਸਹੀ ਡਿਸੀਜਨ ਲੈ ਸਕੋ, ਇਸੇ ਕਰਕੇ ਅਸੀਂ ਇਹ ਸ਼ੋਅ ਦੇ ਵਿੱਚ ਪੂਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤਾਂ ਕਿ ਤੁਸੀਂ ਲੌਂਗ ਟਰਮ ਆਪਣੀ ਲਾਈਫ ਦਾ ਡਿਸੀਜਨ ਲੈਣ ਜਾ ਰਹੇ ਹੋ। ਅਬਰੋਡ ਜਾਣਾ, ਤੁਸੀਂ ਸਟੱਡੀ ਵੀਜ਼ਾ ਤੇ ਜਾਣਾ, ਕੋਈ ਛੋਟਾ ਡਿਸੀਜਨ ਨਹੀਂ ਹੁੰਦਾ, ਤੁਹਾਡੀ ਪੂਰੀ ਜ਼ਿੰਦਗੀ ਦਾ ਸਵਾਲ ਹੈ। ਸੋ ਇਸ ਕਰਕੇ ਸਹੀ ਸੋਚ ਸਮਝ ਕੇ ਤੁਸੀਂ ਫੈਸਲਾ ਲੈ ਸਕੋ ਤੇ ਤੁਹਾਡੇ ਫੈਸਲੇ ਵਿੱਚ ਅਸੀਂ ਮਦਦ ਕਰਦੇ ਹਾਂ। ਇਸ ਤਰ੍ਹਾਂ ਦੀ ਡਿਸਕਸ਼ਨ ਦੇ ਨਾਲ ਇੱਕ ਮਾਹਿਰ ਸਲਾਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਤੁਸੀਂ ਸਹੀ ਤਰੀਕੇ ਨਾਲ ਜੈਨੂਇਨ ਵੇ ਦੇ ਨਾਲ ਆਪਣੇ ਸੁਪਨੇ ਨੂੰ ਸਾਕਾਰ ਕਰ ਸਕੋ। ਤੇ ਹੁਣ ਉਸ ਪੁਆਇੰਟ ਤੇ ਆਉਂਦੇ ਹਾਂ ਜੋ ਮੈਂ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਵਿਦਆਊਟ ਆਇਲਸ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਔਰ ਕੁਝ ਅਗਰ ਕੇਸਿਸ ਇਹੋ ਜਿਹੇ ਨੇ ਜੋ ਆਪਣੇ ਸਪਾਊਸ ਦੇ ਨਾਲ ਹੀ ਜਾਣਾ ਚਾਹੁੰਦੇ ਨੇ, ਤਾਂ ਉਹਨਾਂ ਲਈ ਬੈਸਟ ਡੈਸਟੀਨੇਸ਼ਨ ਜੋ ਅੱਜ ਦੇ ਟਾਈਮ ਵਿੱਚ ਅਸੀਂ ਗੱਲ ਕਰ ਰਹੇ ਹਾਂ USA ਬਾਰੇ, ਮੈਂ ਉਹ ਡਿਟੇਲ ਵਿੱਚ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਕਿਸ ਤਰੀਕੇ ਨਾਲ ਕਿਹੜੀ ਪ੍ਰੋਫਾਈਲ ਵਾਲੇ ਸਟੂਡੈਂਟਸ ਅਪਲਾਈ ਕਰ ਸਕਦੇ ਨੇ। ਬਿਲਕੁਲ ਜੀ। ਦੇਖੋ USA ਅਗਰ ਮੈਂ ਕੈਨੇਡਾ ਤੋਂ ਬਾਅਦ ਗੱਲ ਕਰਾਂ, ਕੈਨੇਡਾ UK 2 ਕੰਟਰੀਜ਼ ਓਪਨ ਨੇ ਅੱਜ ਦੀ ਡੇਟ ਵਿੱਚ। ਅਗਰ ਕੋਈ ਤੀਸਰੀ ਕੰਟਰੀ ਜਿਹੜੀ ਹੈ ਅੱਜ ਕੱਲ੍ਹ ਵੀਜ਼ਾ ਦੇ ਰਹੀ ਹੈ ਤਾਂ ਉਹ ਹੈ USA। ਕਿਉਂਕਿ USA ਦੇ ਵਿੱਚ ਕੀ ਹੈ ਕਿ ਅਪਾਇੰਟਮੈਂਟ ਓਪਨ ਨੇ, ਸਟੂਡੈਂਟ ਜਾ ਰਹੇ ਨੇ ਔਰ ਵੀਜ਼ਾ ਵੀ ਆ ਰਹੇ ਨੇ। ਔਰ ਸਭ ਤੋਂ ਵੱਡਾ ਬੈਨੀਫਿਟ ਕੀ ਹੈਗਾ ਕਿ ਜਿਹੜੇ ਸਟੂਡੈਂਟਸ ਨੇ ਕੈਨੇਡਾ ਅਪਲਾਈ ਕੀਤਾ ਉਹਦਾ ਰਿਫਿਊਜ਼ ਹੋ ਗਿਆ, 2 ਵਾਰੀ ਅਪਲਾਈ ਕੀਤਾ ਰਿਫਿਊਜ਼ ਹੋ ਗਿਆ, 3 ਵਾਰੀ ਅਪਲਾਈ ਕੀਤਾ ਰਿਫਿਊਜ਼ ਹੋ ਗਿਆ, ਤੇ ਉਹ ਕਹਿੰਦਾ ਹੈ ਕਿ ਜੀ ਮੈਂ ਹੁਣ USA ਅਪਲਾਈ ਕਰਾਂ। ਕਿਉਂਕਿ USA ਅਗਰ ਸਟੂਡੈਂਟ ਜਾਂਦਾ ਤਾਂ ਉਹਨੂੰ ਕੱਲ ਨੂੰ ਕੈਨੇਡਾ ਵਿੱਚ ਵੀ ਟਰੈਵਲ ਕਰ ਸਕਦਾ ਹੈ। ਤਾਂ ਉਹਦਾ ਸੁਪਨਾ ਕੈਨੇਡਾ ਜਾਣ ਦਾ ਇਸ ਰਸਤੇ ਤੋਂ ਜਿਹੜਾ ਹੈ ਉਹ ਸਾਕਾਰ ਹੋ ਸਕਦਾ ਹੈ। ਦੂਜੇ ਕਈ ਬੱਚਿਆਂ ਦੇ ਦੇਖੋ UK ਦੇ ਵਿੱਚ ਵੀ ਇਦਾਂ ਦਾ ਹੋਇਆ ਹੈ ਕਿ ਕਈਆਂ ਦੇ ਫੰਡ ਦੀ ਵਜ੍ਹਾ ਕਰਕੇ ਰਿਜੈਕਸ਼ਨ ਆ ਗਈ। ਕਿਉਂਕਿ UK 'ਚ ਅਗਰ ਇੱਕ ਵਾਰੀ ਰਿਜੈਕਸ਼ਨ ਆ ਜਾਂਦੀ ਹੈ ਤਾਂ ਦੂਸਰੀ ਵਾਰੀ ਤੁਸੀਂ ਜਿਹੜਾ ਉੱਥੇ ਅਪਲਾਈ ਨਹੀਂ ਕਰ ਸਕਦੇ ਹੋ, ਤੁਹਾਨੂੰ ਕਾਸ ਇਸ਼ੂ ਨਹੀਂ ਹੁੰਦਾ। ਤਾਂ ਇਸ ਕਰਕੇ ਜਿਹੜੀ ਇਹ ਨਵੀਂ ਰੂਲਿੰਗ ਦੇ ਹਿਸਾਬ ਨਾਲ ਤੁਸੀਂ ਨਹੀਂ ਕਰ ਪਾਓਗੇ ਅਪਲਾਈ, ਤਾਂ ਤੁਹਾਡੇ ਲਈ ਇੱਕ ਬੈਸਟ ਆਪਸ਼ਨ ਬਣਦੀ ਹੈ, ਉਹ ਹੈਗੀ USA। ਔਰ USA ਦੀ ਜਿਹੜੀ ਸਟੱਡੀ ਹੈਗੀ ਹੈ ਉਹ ਬਹੁਤ ਜਗ੍ਹਾ ਰਿਕੋਗਨਾਈਜ਼ ਆ, ਮਤਲਬ ਬੈਸਟ ਸਟੱਡੀ ਮੈਂ ਮੰਨਾਂਗਾ ਈਵਨ ਕੈਨੇਡਾ ਤੋਂ ਵੀ ਜ਼ਿਆਦਾ ਬੈਟਰ ਹੈ ਕਿ ਅਗਰ ਤੁਸੀਂ USA ਤੋਂ ਮਾਸਟਰ ਕੀਤੀ ਹੋਈ ਆ ਤੁਹਾਨੂੰ ਬਹੁਤ ਅਪਰਚੁਨਿਟੀਜ਼ ਮਿਲਦੀਆਂ ਨੇ, ਤੁਹਾਨੂੰ ਵਰਲਡ ਲੈਵਲ ਤੇ ਜਿਹੜੀਆਂ ਅੱਛੀ ਜੌਬਸ ਦੀ ਜਿਹੜੀ ਆ ਪ੍ਰੈਫਰੈਂਸ ਮਿਲਦੀ ਆ। ਤਾਂ ਇਸ ਕਰਕੇ ਜਿਹੜੇ ਸਟੂਡੈਂਟਸ ਦਾ ਮਨ ਹੈ ਕਿ ਉਹਨੇ USA ਜਾਣਾ ਹੈ, ਬੇਸ਼ੱਕ ਉਹ ਵਿਦ ਆਇਲਸ ਹੈ, ਬੇਸ਼ੱਕ ਉਹ ਵਿਦਆਊਟ ਆਇਲਸ ਹੈ, ਤਾਂ ਉਹ USA
ਵਾਸਤੇ ਅਪਲਾਈ ਕਰ ਸਕਦਾ ਹੈ ਕਿਉਂਕਿ USA ਦਾ ਜਿਹੜਾ ਬੇਸਿਕਲੀ ਵੀਜ਼ਾ ਹੈ ਟੋਟਲੀ ਜਿਹੜਾ ਹੈ ਇੰਟਰਵਿਊ ਤੇ ਡਿਪੈਂਡ ਕਰਦਾ ਹੈ ਔਰ ਬੱਚੇ ਦੀ ਪ੍ਰੈਜੈਂਟੇਸ਼ਨ ਤੇ ਡਿਪੈਂਡ ਕਰਦਾ ਹੈ। ਉਹ ਉਹਨੂੰ ਜੱਜ ਕਰਦੇ ਨੇ ਕਿ ਕਿੰਨਾ ਕੁ ਜੈਨੂਇਨ ਸਟੂਡੈਂਟ ਸਾਡੇ ਕੋਲ ਆ ਰਿਹਾ ਹੈ। ਅਗਰ ਤੁਸੀਂ ਜੈਨੂਇਨ ਹੋ, ਤੁਹਾਡੇ ਅੰਦਰ ਹੈ ਕਿ ਤੁਸੀਂ ਉੱਥੇ ਜਾ ਕੇ ਪੜ੍ਹਨਾ ਹੈ ਔਰ ਤੁਸੀਂ ਇੱਕ ਅੱਛਾ ਕੋਰਸ ਲੈ ਕੇ ਜਾ ਰਹੇ ਹੋ ਜਿਹੜਾ ਤੁਹਾਡੀ ਸਟੱਡੀ ਨਾਲ ਰੈਲੇਵੈਂਟ ਹੈਗਾ ਹੈ ਔਰ ਉਹਨੂੰ ਐਮਬੈਸੀ ਅੰਡਰਸਟੈਂਡ ਕਰ ਸਕਦੀ ਹੈ ਕਿ ਇਹ ਸਟੂਡੈਂਟ ਪੜ੍ਹਨ ਲਈ ਜਾ ਰਿਹਾ ਹੈ, ਤਾਂ ਫਿਰ ਤੁਹਾਡਾ ਵੀਜ਼ਾ ਜਿਹੜਾ ਕੋਈ ਨਹੀਂ ਰੋਕ ਸਕਦਾ। ਕਿਉਂਕਿ USA 'ਚ ਕੀ ਹੁੰਦਾ ਕਿ ਅਗਰ ਇੱਕ ਵਾਰੀ ਤੁਸੀਂ ਰਿਫਿਊਜ਼ ਵੀ ਹੋ ਗਏ, ਤੁਹਾਨੂੰ ਮਨਾ ਕਰਤਾ ਕਿ ਨਹੀਂ ਜੀ ਅਜੇ ਤੁਸੀਂ ਪਰਫੈਕਟ ਨਹੀਂ ਹੋ, ਤਾਂ ਮੇਰੇ ਕਈ ਬੱਚਿਆਂ ਦਾ ਸੈਕੰਡ ਟਾਈਮ, ਕਈ ਬੱਚਿਆਂ ਦਾ ਥਰਡ ਟਾਈਮ ਵੀ ਵੀਜ਼ਾ ਆਇਆ। ਤਾਂ ਇਸ ਕਰਕੇ USA ਵਿੱਚ ਜਦੋਂ ਤੁਸੀਂ ਅਪਲਾਈ ਕਰਦੇ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਫੀਸ ਵੀ ਜਿਹੜੀ ਹੈ ਵੀਜ਼ਾ ਤੋਂ ਬਾਅਦ ਹੀ ਜਾਂਦੀ ਹੈ USA ਦੇ ਵਿੱਚ। ਪਹਿਲਾਂ ਜਿਹੜਾ ਖਰਚਾ ਹੁੰਦਾ ਹੈ ਉਹ ਸਿਰਫ ਤੁਹਾਨੂੰ ਮੈਂ ਐਕਸਪਲੇਨ ਕਰ ਦੇਣਾ ਕਿ ਕੀ ਹੁੰਦਾ ਹੈ। USA ਦੇ ਵਿੱਚ ਅਗਰ ਤੁਸੀਂ ਅਪਲਾਈ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ I-20 ਦਾ ਖਰਚਾ ਹੁੰਦਾ, ਜਿਹੜਾ ਇੱਕ ਤਰ੍ਹਾਂ ਦੀ ਆਫਰ ਲੈਟਰ ਹੁੰਦੀ ਹੈ। ਉਹਦੇ ਕਿਸੇ ਯੂਨੀਵਰਸਿਟੀ ਦੇ ਵਿੱਚ $35 ਹੈ, ਕਿਸੇ 'ਚ $50 ਹੈ, ਕਿਸੇ 'ਚ $100 ਹੈ, ਕਿਸੇ 'ਚ $150 ਹੈ। ਇਵਨ ਕਿ ਕਈ ਯੂਨੀਵਰਸਿਟੀ ਜਿਹੜੀਆਂ ਨੇ ਵੇਵ ਆਫ ਵੀ ਦੇ ਰਹੀਆਂ ਨੇ ਕੋਵਿਡ ਕਰਕੇ ਕਿ ਬੱਚੇ ਨੂੰ ਕੋਈ ਫੀਸ ਪੇ ਕਰਨ ਦੀ ਲੋੜ ਨਹੀਂ ਹੈ। ਕਈ ਯੂਨੀਵਰਸਿਟੀ ਵਿੱਚ ਜਿਹੜਾ ਹੈ ਵਿਦਆਊਟ ਆਈਲੈਟਸ ਤੁਸੀਂ ਅੱਜ ਦੀ ਡੇਟ ਵਿੱਚ ਅਪਲਾਈ ਕਰ ਸਕਦੇ ਹੋ। ਇਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਆਉਂਦਾ ਉਹ ਹੁੰਦਾ ਸਰਵਿਸ ਫੀਸ ਦਾ। ਸਰਵਿਸ ਫੀਸ ਦੇ ਵਿੱਚ ਕੀ ਹੈਗਾ ਕਿ $350 ਦੇ ਕਰੀਬ ਜਿਹੜਾ ਤੁਹਾਡੀ ਸਰਵਿਸ ਫੀਸ ਜਾਂਦੀ ਹੈ। ਉਹ ਤੁਹਾਨੂੰ ਬੱਚੇ ਨੂੰ ਪੇ ਕਰਨੀ ਹੀ ਪੈਣੀ ਹੈ, ਜਿਹੜੀ 1 ਸਾਲ ਲਈ ਵੈਲਿਡ ਹੈ ਕਿ 1 ਸਾਲ 'ਚ ਬੇਸ਼ੱਕ ਤੁਸੀਂ 1 ਵਾਰੀ ਅਪਲਾਈ ਕਰੋ, ਬੇਸ਼ੱਕ 2 ਵਾਰੀ ਅਪਲਾਈ ਕਰੋ, 3 ਵਾਰੀ ਅਪਲਾਈ ਕਰੋ, ਉਹ ਸਰਵਿਸ ਫੀਸ ਤੁਹਾਡੀ ਇੱਕ ਹੀ ਰਹੇਗੀ। ਔਰ ਤੀਸਰੀ ਚੀਜ਼ ਹੈਗੀ ਹੈ ਐਮਬੈਸੀ ਫੀਸ। ਐਮਬੈਸੀ ਫੀਸ ਹੈਗੀ ਹੈ $160 ਦੇ ਕਰੀਬ। ਇਹ $160 ਜਿਹੜਾ ਹੈ ਬੱਚੇ ਨੂੰ ਡਾਇਰੈਕਟਲੀ ਐਮਬੈਸੀ ਪੇ ਕਰ ਸਕਦਾ ਹੈ, ਆਪਣੇ ਕਾਰਡ ਤੋਂ ਪੇ ਕਰ ਸਕਦਾ ਹੈ, ਕੋਈ ਦਿੱਕਤ ਨਹੀਂ ਹੈ। ਇਹ 3 ਚੀਜ਼ਾਂ ਤੁਹਾਨੂੰ ਪੇ ਕਰਨੀਆਂ ਕੰਪਲਸਰੀ ਨੇ USA ਦੇ ਲਈ। ਇਸ ਤੋਂ ਬਿਨਾਂ ਤੁਸੀਂ ਵੀਜ਼ਾ ਅਪਲਾਈ ਨਹੀਂ ਕਰ ਸਕਦੇ। ਇਸ ਤੋਂ ਵੱਡੀ ਇੱਕ ਹੋਰ ਬਹੁਤ ਜ਼ਰੂਰੀ ਗੱਲ ਹੈ, ਉਹ ਹੈਗੀ ਫੰਡਸ, ਕਿ ਫੰਡਸ USA ਦੇ ਵਿੱਚ ਜਿਹੜੇ ਉਹ ਕਿੰਨੇ ਚਾਹੀਦੇ ਨੇ। ਫੰਡਸ ਦੀ ਮੈਂ ਗੱਲ ਕਰਾਂ ਤਾਂ ਦੇਖੋ 1 ਦਿਨ ਪੁਰਾਣੇ ਫੰਡ ਵੀ ਚੱਲਦੇ ਨੇ USA ਦੇ ਵਿੱਚ। ਜੈਨੂਇਨ ਫੰਡ ਹੋਣੇ ਚਾਹੀਦੇ ਨੇ। 1 ਦਿਨ ਪੁਰਾਣੇ ਫੰਡ ਤੁਸੀਂ ਦੇ ਸਕਦੇ ਹੋ। ਬੇਸ਼ੱਕ ਤੁਸੀਂ ਕੱਲ ਐਮਬੈਸੀ ਜਾਣਾ ਇੰਟਰਵਿਊ ਦੇ ਲਈ, ਤੁਸੀਂ ਅੱਜ ਫੰਡ ਰੱਖ ਲਓ ਔਰ ਕੱਲ ਉਹ ਸ਼ੋ ਕਰ ਦਿਓ। ਅਗਰ ਤੁਸੀਂ I-20 ਲਈ ਫੰਡ ਦੇਣੇ ਆ ਤਾਂ ਅਗਰ ਮੈਂ ਗੱਲ ਕਰਾਂ, ਦੇਖੋ ਉਹਦੇ 'ਚ ਕੋਰਸਿਸ ਅਲੱਗ-ਅਲੱਗ ਨੇ। ਕੁਛ ਜਿਹੜੇ ਹੈਗੇ ਨੇ 4 ਸਾਲ ਦੇ ਕੋਰਸਿਸ ਹੈਗੇ ਨੇ, ਕੁਛ ਜਿਹੜੇ ਨੇ 3 ਸਾਲ ਦੇ ਕੋਰਸਿਸ ਹੈਗੇ ਨੇ। ਅਗਰ ਤੁਸੀਂ ਡਾਇਰੈਕਟ ਡਿਗਰੀ 'ਚ ਜਾ ਰਹੇ ਹੋ, ਮਾਸਟਰ ਡਿਗਰੀ 'ਚ ਜਾ ਰਹੇ ਹੋ, ਤਾਂ ਤੁਹਾਨੂੰ 23-24 ਲੱਖ ਦੇ ਜਿਹੜੇ ਫੰਡ ਚਾਹੀਦੇ ਨੇ। ਹਾਂਜੀ, ਅਗਰ ਤੁਸੀਂ ਐਸੋਸੀਏਟ ਡਿਗਰੀ 'ਚ ਜਾ ਰਹੇ ਹੋ 2 ਈਅਰ ਪਹਿਲਾਂ ਕਾਲਜ ਐਂਡ 2 ਈਅਰ ਡਿਗਰੀ ਦੇ ਵਿੱਚ, ਤਾਂ ਤੁਹਾਨੂੰ 16 ਲੱਖ ਦੇ ਜਿਹੜੇ ਨੇ ਫੰਡ ਚਾਹੀਦੇ ਨੇ। ਇਹ ਫੰਡ ਦੇ ਨਾਲ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਤੁਹਾਡਾ ਇਹ ਹਫਤੇ ਦੇ ਵਿੱਚ ਹੀ I-20 ਆ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡਾ ਵੀਜ਼ਾ ਦੇ ਟਾਈਮ ਉਹ ਤੁਹਾਨੂੰ ਫੰਡ ਸ਼ੋ ਕਰਨੇ ਪੈਂਦੇ ਨੇ। ਜੀ ਬਿਲਕੁਲ। ਤੇ ਇੱਥੇ ਦੂਸਰਾ ਮੈਂ ਇਹਦੇ ਨਾਲ ਰਿਗਾਰਡਿੰਗ ਹੋਰ ਸਵਾਲ ਕਿ ਜਿਹੜਾ ਅਗਰ ਸਪਾਊਸ ਵੀਜ਼ਾ ਨਾਲ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਉਹ ਗ੍ਰੈਜੂਏਸ਼ਨ ਵਾਲੇ ਸਟੂਡੈਂਟ ਕਰ ਸਕਦੇ ਨੇ ਕਿ ਮਾਸਟਰਸ ਵਾਲੇ, ਜਾਂ ਦੋਵੇਂ ਹੀ ਕਰ ਸਕਦੇ ਨੇ ਇਕੱਠੇ ਅਗਰ ਜਾਣਾ ਹੋਵੇ? ਬਿਲਕੁਲ, ਦੇਖੋ ਮਾਸਟਰ ਦੇ ਲਈ ਤੁਸੀਂ ਅਗਰ ਜਾ ਰਹੇ ਹੋ ਤਾਂ ਮਾਸਟਰ ਦੇ ਲਈ ਅਪਲਾਈ ਕਰ ਸਕਦੇ ਹੋ। ਬਟ ਦੇਖੋ ਮੈਂ ਥੋੜਾ ਜਿਹਾ ਤੁਹਾਨੂੰ ਇਸ ਚੀਜ਼ ਦੱਸਣਾ ਚਾਹਾਂਗਾ ਕਿ ਅੱਜ ਦੀ ਡੇਟ ਦੇ ਵਿੱਚ ਇਹ ਬਹੁਤ ਟਫ ਹੈ ਕਿ ਤੁਹਾਡੇ ਸਪਾਊਸ ਨੂੰ ਵੀਜ਼ਾ ਮਿਲੇ। ਨਾਲ ਉਹ ਵੀ F1 F2 ਵੀਜ਼ਾ ਹੁੰਦਾ ਹੈ। F1 ਮੀਨਸ ਤੁਸੀਂ ਸਟੂਡੈਂਟ ਜਾ ਰਿਹਾ ਔਰ F2 ਮੀਨਸ ਉਹਦਾ ਹਸਬੈਂਡ ਵੀ ਜਾ ਰਿਹਾ, ਤੇ देयर ਵੈਰੀ ਲੈਸ ਚਾਂਸ ਕਿ ਤੁਸੀਂ ਅਗਰ ਇਕੱਠੇ ਅਪਲਾਈ ਕਰ ਰਹੇ ਹੋ ਤੇ ਤੁਹਾਨੂੰ ਵੀਜ਼ਾ ਮਿਲੇ, ਜਾਂ ਤਾਂ ਤੁਸੀਂ ਬਹੁਤ ਅੱਛੀ ਬੈਕਗ੍ਰਾਉਂਡ ਨਾਲ ਸੰਬੰਧ ਰੱਖਦੇ ਹੋ ਔਰ ਤੁਹਾਡੇ ਬੜੇ ਅੱਛੇ ਇਕਨੋਮਿਕ ਸਿਚੁਏਸ਼ਨ ਹੈ ਤੁਹਾਡੀ, ਔਰ ਫਿਰ ਉਸ ਲੈਵਲ ਤੇ ਤੁਸੀਂ ਕਰ ਸਕਦੇ ਹੋ। ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਤੋਂ ਮਿਲੀ ਸਾਰੀ ਜਾਣਕਾਰੀ ਦਾ ਫਾਇਦਾ ਜ਼ਰੂਰ ਚੱਕੋਗੇ, ਕਿਉਂਕਿ ਮੈਂ ਬਾਰ-ਬਾਰ ਇੱਕੋ ਗੱਲ ਕਹਿੰਦੀ ਹੁੰਦੀ ਹਾਂ ਕਿ ਇੱਕ ਤਾਂ ਜੈਨੂਇਨ ਵੇ ਦੇ ਨਾਲ ਆਪਣੀ ਪ੍ਰੋਫਾਈਲ ਲਗਾਉਣੀ ਚਾਹੀਦੀ ਹੈ, ਦੂਸਰਾ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ। ਤੁਸੀਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹੋ, ਇਸ ਕਰਕੇ ਬਿਲਕੁਲ ਸਹੀ ਢੰਗ ਨਾਲ ਸੋਚ ਸਮਝ ਕੇ ਸਹੀ ਕੰਸਲਟੈਂਟ ਦੀ ਸਲਾਹ ਦੇ ਨਾਲ ਹੀ ਅੱਗੇ ਵਧੋ। ਤੇ ਤੁਹਾਡੇ ਮਨ ਵਿੱਚ ਹੋਰ ਕੋਈ ਸਵਾਲ ਹੋਵੇ ਤਾਂ ਸਕਰੀਨ ਤੇ ਜੋ ਨੰਬਰ ਡਿਸਪਲੇ ਹੈ ਇਸ ਦੇ ਉੱਪਰ ਕਾਲ ਕਰਕੇ ਜਾਣਕਾਰੀ ਹੋਰ ਲੈ ਸਕਦੇ ਹੋ। ਈਜ਼ੀ ਵੇ ਕੰਸਲਟੈਂਸੀ ਦੇ ਆਫਿਸ ਵਿੱਚ ਵਿਜ਼ਿਟ ਕਰ ਸਕਦੇ ਹੋ। ਸੈਕਟਰ 17 ਚੰਡੀਗੜ੍ਹ ਦੇ ਵਿੱਚ ਹੈ, ਬਠਿੰਡਾ ਔਰ ਕੁਰੂਕਸ਼ੇਤਰ ਦੇ ਵਿੱਚ ਇਹਨਾਂ ਦੇ ਆਫਿਸਿਸ ਨੇ। ਉੱਥੇ ਪਹੁੰਚ ਕੇ ਵੀ ਤੁਸੀਂ ਅਸੈਸਮੈਂਟ ਕਰਵਾ ਸਕਦੇ ਹੋ ਆਪਣੀ ਪ੍ਰੋਫਾਈਲ ਦੀ। ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ। ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮਿਲਵਾਣੇ ਉਹਨਾਂ ਸਾਰੇ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੇ ਈਜ਼ੀ ਵੇ ਕੰਸਲਟੈਂਸੀ ਤੋਂ ਪੂਰੀ ਗਾਈਡੈਂਸ ਦੇ ਨਾਲ ਆਪਣਾ ਜੋ ਹੈ ਪ੍ਰੋਫਾਈਲ ਦੇ ਉੱਪਰ ਅਸੈਸਮੈਂਟ ਕਰਵਾ ਕੇ ਆਪਣੀ ਪ੍ਰੋਫਾਈਲ ਪ੍ਰੋਸੈਸ ਕਰਵਾਈ ਸੀ ਤੇ ਅੱਜ ਸਕਸੈਸਫੁਲੀ ਉਹਨਾਂ ਦੇ ਵੀਜ਼ਾਸ ਲੱਗ ਗਏ ਨੇ। ਕਿਵੇਂ ਦਾ ਰਿਹਾ ਉਹਨਾਂ ਦਾ ਐਕਸਪੀਰੀਅੰਸ, ਜਾਣਦੇ ਉਹਨਾਂ ਦੀ ਹੀ ਜ਼ੁਬਾਨੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਾਜਵੀਰ ਸਿੰਘ ਹੈ ਤੇ ਮੈਂ ਖਰੜ ਤੋਂ ਬਿਲੋਂਗ ਕਰਦਾ ਤੇ ਮੇਰੀ 2019 ਦੇ ਵਿੱਚ +2 ਕੰਪਲੀਟ ਹੋ ਗਈ ਸੀਗੀ। ਤੇ ਸਭ ਤੋਂ ਪਹਿਲਾਂ ਮੇਰਾ ਕੈਨੇਡਾ ਦਾ ਵੀਜ਼ਾ ਕਿਸੇ ਹੋਰ ਕੰਸਲਟੈਂਟ ਤੋਂ ਰਿਫਿਊਜ਼ ਹੋ ਗਿਆ ਸੀਗਾ। ਉਸ ਤੋਂ ਬਾਅਦ ਮੇਰੇ ਮਾਮਾ ਜੀ ਨੇ ਈਜ਼ੀ ਵੇ ਕੰਸਲਟੈਂਸੀ ਬਾਰੇ ਮੈਨੂੰ ਰਿਕਮੈਂਡ ਕੀਤਾ, ਜੋ ਕਿ 17 ਸੈਕਟਰ ਵਿੱਚ ਹੈ। ਤੇ ਅੱਜ ਫਾਈਨਲੀ ਮੇਰਾ ਵੀਜ਼ਾ ਆ ਚੁੱਕਿਆ ਹੈ, ਤੁਸੀਂ ਦੇਖ ਸਕਦੇ ਹੋ। ਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਸਾਰਾ ਕਾਲਜ ਵਗੈਰਾ ਦੱਸਿਆ ਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਟ੍ਰੀਟ ਕੀਤਾ।
ਤੇ ਮੈਂ ਸਾਰਿਆਂ ਨੂੰ ਇਹ ਰਿਕਮੈਂਡ ਕਰੂੰਗਾ ਕਿ ਤੁਸੀਂ ਵੀ ਇੱਕ ਵਾਰ ਵਿਜ਼ਿਟ ਕਰਕੇ ਜਾਓ, ਚਾਹੇ ਤੁਹਾਡਾ ਰਿਫਿਊਜ਼ਲ ਹੈ, ਚਾਹੇ ਤੁਹਾਡਾ न्यू केस है। My name is Anchal Devatia. I hail from अम्बाला सिटी। मैंने 2016 में अपनी +2 पास आउट किया। देन उसके बाद फिर मैंने इजी वे से अपना वीज़ा अप्लाई किया यूके के लिए और विद इन 4 डेज़ आई गॉट माई वीज़ा। सो थैंक्स टू ऑल स्टाफ ऑफ इजी वे। सो मैं सबको अप्रूव करूँगी कि आप भी अपनी फाइल इजी वे से अप्लाई करें। जी मेरा नाम है गगनदीप सिंह, मैं अंबाला ਤੋਂ ਬਿਲੋਂਗ ਕਰਦਾ ਤੇ ਮੈਂ ਆਪਣੇ ਸਟੱਡੀ ਵੀਜ਼ਾ ਦੀ ਫਾਈਲ ਲਗਵਾਉਣੀ ਸੀ ਤੇ ਮੈਨੂੰ ਫੇਸਬੁੱਕ ਤੇ ਐਡ ਦੇਖੀ ਤੇ ਈਜ਼ੀ ਵੇ ਬਾਰੇ ਪਤਾ ਲੱਗਿਆ। ਮੈਂ ਤੋਂ ਫਾਈਲ ਸਬਮਿਟ ਕੀਤੀ ਤੇ ਵਿਦਿਨ 10 ਦਿਨਾਂ ਦੇ ਵਿੱਚ ਮੇਰਾ ਯੂਕੇ ਦਾ ਵੀਜ਼ਾ ਗ੍ਰਾਂਟ ਹੋ ਗਿਆ ਤੇ ਮੈਂ ਤੁਹਾਨੂੰ ਵੀ ਇਹ ਸੁਜੈਸ਼ਨ ਦਵਾਂਗਾ ਕਿ ਆਪਣੇ ਫਾਈਲ ਸਬਮਿਸ਼ਨ ਵਾਸਤੇ ਚੰਡੀਗੜ੍ਹ ਈਜ਼ੀ ਵੇ ਬ੍ਰਾਂਚ ਵਿੱਚ ਵਿਜ਼ਿਟ ਕਰੋ। ਥੈਂਕ ਯੂ।